तो तुसीं भी जे कोई अलग विचार किसी का है वो की दोष ला रहे हैं, ये जी कामरेड आ, ये जी फलाना, जां ते तुसीं वो स्टांस लाओ ना। तुसीं कहो भी हाँ भी साडा एक परपज़ है इस देश दे विच, असीं खालसाई राज चाहुंदे हां, पंजाबियां दी वध अधिकार चाहुंदे हां, आ साडा निशान साहब लाल किले ते आ साडी दिली तमन्ना आ, असीं इहदे नाल खड़े हां, सानूं गोली मारनी गोली मारो, जेल च देना जेल च दो, सारी उम्र रखना सारी उम्र कहो। जाके वकील करके तो तुसीं लिलड़ियां कड्डदे फिरदे आ कि नहीं 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 असीं तो कुछ नहीं किहा जी। मैनूं ये बंदे दस देण कि सिख की हुंदा, दस नहीं पाउणगे। भावें वो अपने आप नूं जिन्ना मर्जी कहण कि असीं खालसाई मतलब चाहुंदे हां, खालसाई इत्थे बोलबाला चाहुंदे हां, सूबिਆਂ ਦੇ ਵੱਧ अधिकार चाहुंदे हां असीं, ते जे तुहाडे हत्थ कोई माड़ी जी शक्ति आ जाए, ਤੁਹਾਡੀ ਥਾਣੇਦਾਰੀ ਜੋ ਅਸੀਂ ਦੇਖ ਰਹੇ ਹਾਂ, ਤੁਸੀਂ ਤੇ ਲੋਕਾਂ ਨੂੰ ਬਿਲਕੁਲ ਹੀ ਐਨ ਹੁਣ ਮਾੜਾ ਮੋਟਾ ਹੁਣ ਤੇ ਦਲਿਤ ਕਹਿ ਕੇ ਛੱਡਦੇ, ਤੁਸੀਂ ਤੇ ਉਹਨਾਂ ਨੂੰ ਗੁਲਾਮ ਬਣਾ ਦੋਗੇ ਪੂਰੇ ਤੇ ਪੂਰੇ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਮ ਸੇਖਾ ਦਾ ਮਿਰਰ ਪੰਜਾਬ ਟੀਵੀ ਵੱਲੋਂ। ਤੇ ਪੰਜਾਬ ਦੀ ਧਰਤੀ ਤੋਂ ਉੱਠਿਆ ਸੰਘਰਸ਼ ਆ ਜਿਹੜਾ ਪੂਰੇ ਹਿੰਦੁਸਤਾਨ 'ਚ ਫੈਲਿਆ, ਔਰ ਇਸ ਸੰਘਰਸ਼ ਦੇ ਵਿੱਚ ਜੋ ਕਿ ਪੂਰੇ ਹਿੰਦੁਸਤਾਨ ਦਾ ਨਹੀਂ ਪੂਰੇ ਵਰਲਡ ਦਾ ਜਿਹੜਾ ਇਤਿਹਾਸਕ ਕਿਸਾਨੀ ਸੰਘਰਸ਼ ਆ, ਇਸ ਸੰਘਰਸ਼ ਦੇ ਵਿੱਚ ਦੋਨਾਂ ਧਿਰਾਂ 'ਤੇ ਬਹੁਤ ਸਾਰੀਆਂ ਧਿਰਾਂ ਹੈਗੀਆਂ। ਕਿਸਾਨੀ ਸੰਘਰਸ਼ ਨੂੰ ਲੀਡ ਕਰਨ ਵਾਲੇ ਜਿਹੜੇ ਆਗੂ ਨੇ ਉਹਨਾਂ 'ਤੇ ਵੀ ਸਵਾਲ ਹੁੰਦੇ ਆ, ਔਰ ਕੁਝ ਲੋਕ ਅਲੱਗ ਜੋ ਸੋਚਦੇ ਆ ਵੀ ਇਸ ਸੰਘਰਸ਼ ਨੂੰ ਅਲੱਗ ਤਰੀਕੇ ਨਾਲ ਲੜਿਆ ਜਾਣਾ ਚਾਹੀਦਾ, ਉਹ ਵੀ ਸਵਾਲਾਂ ਦੇ ਘੇਰੇ 'ਚ ਨੇ। ਔਰ ਇਹ ਸਵਾਲ ਰਿੜਕੇ ਜਾ ਰਹੇ ਆ ਪੰਜਾਬ ਦੀ ਧਰਤੀ 'ਤੇ। ਨਤੀਜਾ ਕੀ ਨਿਕਲਦਾ ਇਸ ਸੰਘਰਸ਼ ਦੇ ਬਾਅਦ ਪਤਾ ਲੱਗੇਗਾ। ਤੇ ਤਾਜ਼ਾ ਘਟਨਾ ਜਿਹੜੀ ਵਾਪਰੀ ਆ, ਪ੍ਰੋਫੈਸਰ ਮਨਜੀਤ ਸਿੰਘ ਜੋ ਪੰਜਾਬ ਦੇ ਉੱਘੇ ਵਿਦਵਾਨ ਤੇ ਚਿੰਤਕ ਹੈਗੇ ਆ, ਜੋ ਅਕਸਰ ਜਿਹੜਾ ਅਲੱਗ-ਅਲੱਗ ਮਸਲਿਆਂ ਦੇ ਉੱਤੇ ਆਪਣੀ ਰਾਏ ਦਿੰਦੇ ਰਹਿੰਦੇ ਆ, ਪਰਸੋਂ ਉਹਨਾਂ ਨੂੰ ਸਿੰਘੂ ਬਾਰਡਰ 'ਤੇ ਕੁਝ ਨੌਜਵਾਨਾਂ ਵੱਲੋਂ ਘੇਰਿਆ ਜਾਂਦਾ ਔਰ ਸਵਾਲ ਕੀਤੇ ਜਾਂਦੇ ਆ। ਸਵਾਲ ਕਰਨਾ ਹਰ ਵਿਅਕਤੀ ਦਾ ਹੱਕ ਹੈ, ਜਮਹੂਰੀ ਹੱਕ ਹੈ, ਔਰ ਸਵਾਲਾਂ ਦੇ ਜਵਾਬ ਦੇਣੇ ਵੀ ਹਰ ਬੰਦੇ ਦਾ ਫਰਜ਼ ਹੈ। ਪਰ ਸਵਾਲ ਕਰਨ ਦੇ ਤਰੀਕੇ ਦੇ ਉੱਤੇ ਉਂਗਲਾਂ ਉੱਠੀਆਂ ਨੇ ਵੀ ਜਿਸ ਤਰੀਕੇ ਨਾਲ ਉਹਨਾਂ ਨੂੰ ਘੇਰ ਕੇ ਉੱਥੇ ਸਵਾਲ ਕੀਤੇ ਗਏ, ਉੱਤੇ ਉਂਗਲਾਂ ਕਾਫੀ ਲੋਕਾਂ ਵੱਲੋਂ ਉਠਾਈਆਂ ਗਈਆਂ ਨੇ, ਇਤਰਾਜ਼ ਪ੍ਰਗਟਾਏ ਗਏ ਨੇ। ਸੋ ਅੱਜ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਪਰਸੋਂ ਜਿਹੜੀ ਘਟਨਾ ਵਾਪਰੀ ਆ ਸਿੰਘੂ ਬਾਰਡਰ ਦੇ ਉੱਤੇ, ਤੁਹਾਨੂੰ ਕੀ ਲੱਗਦਾ ਵੀ ਉਹ ਕੌਣ ਲੋਕ ਸੀ ਜਾਂ ਘਟਨਾ ਕੀ ਸੀ? ਉਹ ਮੈਨੂੰ ਤੇ ਜਿਨ੍ਹਾਂ ਦੀਆਂ ਗੱਲਾਂ ਤੋਂ ਲੱਗਾ ਕਿ ਦੀਪ ਸਿੱਧੂ ਦੇ ਪੈਰੋਕਾਰ ਸੀਗੇ, ਔਰ ਕੋਈ ਬਹੁਤ ਸੀਰੀਅਸ ਬੰਦੇ ਤੇ ਮੈਨੂੰ ਲੱਗੇ ਨਹੀਂ। ਕੱਲਾ ਨਾਅਰੇ ਮਾਰਨ ਦੇਣ ਨਾਲ ਜਾਂ ਕੋਈ ਝੰਡੇ ਚਲਾ ਦੇਣ ਦੇ ਨਾਲ ਜਾਂ ਕੰਧਾਂ ਦੇ ਕੁਛ ਨਾਅਰੇ ਲਿਖ ਦੇਣ ਦੇ ਨਾਲ ਜੇ ਰਾਜ ਬਦਲਦੇ ਹੋਣ, ਫਿਰ ਤੇ ਕੋਈ ਲੋਕ ਸਾਰਾ ਪੰਜਾਬ ਰਾਤੋਂ ਰਾਤ ਹੀ ਕਾਲਾ ਪੀਲਾ ਕਰ ਦੇਣਗੇ ਜਾਂ ਕੋਠਿਆਂ 'ਤੇ ਝੰਡੇ ਲਾ ਲੈਣਗੇ। ਇਸ ਤਰ੍ਹਾਂ ਥੋੜ੍ਹੀ ਰਾਜ ਬਦਲਦਾ। ਤੁਹਾਨੂੰ ਇੱਕ ਆਪਣੇ ਤੌਰ ਦੇ ਉੱਤੇ ਸੀਰੀਅਸਨੈਸ ਪਹਿਲਾਂ ਤਾਂ ਦਿਖਾਉਣੀ ਪਊ। ਕੀ ਤੁਹਾਡੀ ਪਲੈਨਿੰਗ ਆ, ਕੀ ਤੁਹਾਡੇ ਕੋਲ ਬਲੂ ਪ੍ਰਿੰਟ ਆ, ਕਿਵੇਂ ਜਿਹੜਾ ਤੁਹਾਡੇ ਮਨ ਵਿੱਚ ਤੁਸੀਂ ਅਲੱਗ ਕਿਸਮ ਦਾ ਸਿਸਟਮ ਚਾਹੁੰਦੇ ਆ, ਉਹ ਦੂਜੇ ਸਿਸਟਮ ਨਾਲੋਂ ਬੈਟਰ ਹੋਊਗਾ। ਪਰ ਜੋ ਕੁਝ ਕੱਲ੍ਹ ਪਰਸੋਂ ਇਹਨਾਂ ਨੇ ਕੀਤਾ, ਉਹਦੇ ਤੋਂ ਮੈਨੂੰ ਲੱਗਦਾ ਵੀ ਮੋਦੀ ਅਤੇ ਇਹਨਾਂ 'ਚ ਕੀ ਫਰਕ ਹੋਊਗਾ। ਜੇ ਮੋਦੀ ਵੀ ਕਿਸੇ ਵਿਰੋਧੀ ਵਿਚਾਰ ਨੂੰ ਜਾਂ ਵਿਰੋਧੀ ਪਾਰਟੀ ਜਿਹੜੀ ਵਿਰੋਧੀ ਵਿਚਾਰ ਰੱਖਦੀ ਆ ਉਸ ਨੂੰ ਵੀ ਬਿਲਕੁਲ ਕਿਸੇ ਕਿਸਮ ਦੀ ਕੋਈ ਜਗ੍ਹਾ ਦੇਣ ਲਈ ਜਾਂ ਉਹਨੂੰ ਸੁਣਨ ਲਈ ਤਿਆਰ ਹੀ ਨਹੀਂ ਹੈ, ਅਤੇ ਤੁਸੀਂ ਵੀ ਜੇ ਕੋਈ ਅਲੱਗ ਵਿਚਾਰ ਕਿਸੇ ਦਾ ਹੈ, ਉਹ ਕੀ ਦੋਸ਼ ਲਾ ਰਹੇ ਆ, ਇਹ ਜੀ ਕਾਮਰੇਡ ਆ, ਇਹ ਜੀ ਫਲਾਨਾ। ਮੈਂ ਇਹ ਕਹਿੰਦਾ ਕਿ ਕਾਮਰੇਡ ਹੋਣਾ ਕੋਈ, ਜੇ ਕੋਈ ਕਾਮਰੇਡ ਸੱਚੀ ਮੁੱਚੀ ਹੈਗਾ, ਕੋਈ ਦਿਲੋਂ ਜੋ ਕਾਮਰੇਡਾਂ ਦਾ ਫਲਸਫਾ ਆ, ਜੇ ਉਹ ਸਿਰ ਫਿਰੇ ਕਾਮਰੇਡਾਂ ਵਾਂਗੂ ਨਹੀਂ ਹੈ, ਜਾਂ ਕੋਈ ਉਸ ਕਿਸਮ ਦੇ ਕਾਮਰੇਡ ਜਿਹੜੇ ਕਈ ਵਾਰੀ ਕੱਟੜਵਾਦ ਪੰਥੀ ਹੋ ਜਾਂਦੇ, ਉਹੋ ਜਿਹੇ ਨਹੀਂ ਹੈ, ਜੇ ਗੁਰੂ ਨਾਨਕ ਦੇਵ ਜੀ ਦੀ, ਕਬੀਰ ਅਤੇ ਫਰੀਦ ਦੀ ਸਪਿਰਿਟ ਵਿੱਚੋਂ ਕੋਈ ਨਿਕਲੇ ਹੋਏ ਕਾਮਰੇਡ ਹੈਗੇ, ਅਤੇ ਉਹਨਾਂ ਦੀ ਕੀ ਦਿੱਕਤ ਹੈ ਮੈਨੂੰ ਦੱਸੋ ਤਾਂ। ਉਹਨਾਂ ਦੀ ਸਿੱਖੀ ਦੇ ਨਾਲ ਕੀ ਵਖਰੇਵਾਂ ਹੈਗਾ ਹੈ? ਐਵੇਂ ਤੁਸੀਂ ਮਤਲਬ ਬਿਨਾਂ ਸੋਚੇ ਸਮਝੇ ਲਾਲਾ ਕਰਕੇ ਨਾਲੇ ਤੁਸੀਂ ਆਪਣੇ ਜਵਾਨੀਆਂ ਨੂੰ ਬਰਬਾਦ ਕਰਦੇ ਆ, ਨਾਲੇ ਤੁਸੀਂ ਕਈ ਵਾਰੀ ਚਾਹੇ ਅਣਚਾਹੇ ਲੋਕਾਂ ਦਾ ਅਤੇ ਮੂਵਮੈਂਟ ਦਾ ਨੁਕਸਾਨ ਕਰ ਦਿੰਦੇ ਆ। ਜਿਸ ਪਰਪਜ਼ ਲਈ, ਜਿਸ ਮਕਸਦ ਲਈ ਤੁਸੀਂ ਆਪਣੀਆਂ ਬਾਹਾਂ ਅਲਾਰ ਕੇ ਗੱਲਾਂ ਕਰਦੇ ਆ, ਉਹ ਦੱਸੋ ਅਤੇ ਪਹਿਲਾਂ ਸਾਨੂੰ ਦੱਸੋ ਪਰਪਜ਼ ਕੀ ਆ। ਮੈਨੂੰ ਇਹ ਬੰਦੇ ਇਹ ਦੱਸ ਦੇਣ ਕਿ ਸਿੱਖ ਕੀ ਹੁੰਦਾ, ਦੱਸ ਨਹੀਂ ਪਾਉਣਗੇ। ਭਾਵੇਂ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਕਹਿਣ ਕਿ ਅਸੀਂ ਖਾਲਸਾਈ ਮਤਲਬ ਚਾਹੁੰਦੇ ਹਾਂ, ਖਾਲਸਾਈ ਇੱਥੇ ਬੋਲਬਾਲਾ ਚਾਹੁੰਦੇ ਹਾਂ, ਸੂਬਿਆਂ ਦੇ ਵੱਧ ਅਧਿਕਾਰ ਚਾਹੁੰਦੇ ਹਾਂ ਅਸੀਂ,
ਭਈ ਜੇ ਸੂਬਿਆਂ ਦੇ ਵੱਧ ਅਧਿਕਾਰ ਚਾਹੁੰਦੇ ਖਾਲਸਾ ਹੀ ਚਾਹੁੰਦੇ ਆ, ਸਾਨੂੰ ਦੱਸ ਦਿਓ ਤੁਹਾਡਾ ਬਲੂ ਪ੍ਰਿੰਟ ਕੀ ਹੈ, ਕਿੱਦਾਂ ਕਰੋਗੇ, ਕਿਵੇਂ ਉਹ ਬੈਟਰ ਹੋਊਗਾ, ਦੂਜਿਆਂ ਨਾਲੋਂ ਸਮਾਜਿਕ ਸਿਸਟਮ, ਆਰਥਿਕ ਸਿਸਟਮ, ਰਾਜਨੀਤਿਕ ਸਿਸਟਮ ਬੈਟਰ ਕਿਵੇਂ ਹੋਊਗਾ। ਪਰ ਜੋ ਅਸੀਂ ਇਹਨਾਂ ਦਾ ਨਿੱਜੀ ਕਿਰਦਾਰ ਜਾਂ ਜੋ ਇਹਨਾਂ ਨੂੰ ਦੇਖਦੇ ਹਾਂ, ਤੇ ਸਾਨੂੰ ਤਾਂ ਨਹੀਂ ਕੋਈ ਬਹੁਤੀ ਉਮੀਦ ਲੱਗਦੀ ਕਿ ਉਹ ਪਹਿਲਿਆਂ ਨਾਲ ਜਾਣ। ਹੁਣ ਤੇ ਅਸੀਂ ਫਿਰ ਵੀ ਬੋਲ ਸਕਦੇ ਹਾਂ ਕਿਸੇ ਦੇ ਵਿਰੁੱਧ, ਉਦੋਂ ਤਾਂ ਸ਼ਾਇਦ ਇੱਕ ਘਰੋਂ ਹੀ ਨਾ ਕਿਸੇ ਨੂੰ ਨਿਕਲਣ ਦੇਣ, ਜੋ ਹੁਣ ਇਹਨਾਂ ਦਾ ਐਟੀਟਿਊਡ ਹੈ। ਪ੍ਰੋਫੈਸਰ ਸਾਹਿਬ, ਜਿੱਦਾਂ ਇਹ ਘਟਨਾ ਵਾਪਰੀ ਹੈ ਵੀ ਤੁਹਾਨੂੰ ਉੱਥੇ ਕਿਸੇ ਪੱਤਰਕਾਰ ਵੱਲੋਂ ਬੁਲਾਇਆ ਜਾਂਦਾ ਅਤੇ ਉਸ ਤੋਂ ਬਾਅਦ ਕੁਛ ਨੌਜਵਾਨ ਉੱਥੇ ਆ ਜਾਂਦੇ ਆ, ਕੀ ਲੱਗਦਾ ਕਿ ਇਹ ਪਲੈਨਡ ਸੀ? ਕੁਛ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਇਹ ਪਲੈਨਡ ਪ੍ਰੋਗਰਾਮ ਸੀ। ਨਹੀਂ ਦੇਖੋ, ਅਸੀਂ ਤਾਂ ਕੋਈ ਪਲੈਨਿੰਗ ਦੇ ਤਹਿਤ ਅਨਾਊਂਸ ਕਰਕੇ ਨਹੀਂ ਸੀ ਗਏ। ਠੀਕ ਹੈ, ਮੈਂ ਕਿਹਾ ਚਲੋ ਦੇਖ ਆਉਂਦੇ ਹਾਂ। ਉੱਥੇ ਹੋ ਰਹੀਆਂ ਸੀਗੀਆਂ ਇਹੋ ਜਿਹੀਆਂ ਗੱਲਾਂ, ਦੀਪ ਸਿੱਧੂ ਦੇ ਗੁਣ ਗਾਇਨ ਸਟੇਜ ਤੋਂ ਹੋ ਰਹੇ ਸੀਗੇ, ਅਤੇ ਕੁਦਰਤੀ ਹੈ ਉੱਥੇ ਬੰਦੇ ਵੀ ਆਏ ਹੋਣਗੇ, ਸੁਣਨ ਵਾਲੇ ਵੀ ਅਤੇ ਕਹਿਣ ਵਾਲੇ ਵੀ ਸੀਗੇ। ਠੀਕ ਹੈ, ਪ੍ਰਧਾਨ ਸਾਹਿਬ ਵੀ ਉੱਥੇ, ਜਿਹੜੀ ਕਿਰਤੀ ਕਿਸਾਨ ਸੰਘਰਸ਼ ਕਮੇਟੀ, ਉਹਦੇ ਪ੍ਰਧਾਨ ਸਾਹਿਬ ਵੀ ਸੀ। ਅਸੀਂ ਉਹਨਾਂ ਨੂੰ ਮਿਲੇ ਵੀ। ਸਾਨੂੰ ਕਿਸੇ ਨਾਲ ਸਾਨੂੰ ਨਾ ਕੋਈ ਉਸ ਕਿਸਮ ਦੀ ਵਿਤਕਰਾ, ਨਾ ਕੋਈ ਡਰ, ਨਾ ਕੋਈ ਸਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਬੁਰੀ ਸੋਚ ਕਹਿ ਲਓ ਜਾਂ ਵਿਰੋਧਤਾ ਦੀ ਸੋਚ, ਕੁਛ ਵੀ ਨਹੀਂ ਹੁੰਦਾ ਹੈ। ਅਸੀਂ ਤਾਂ ਇੱਕ ਸੇਵਾ ਭਾਵਨਾ ਜਾਣਦੇ, ਉਸੇ ਤਰੀਕੇ ਨਾਲ ਅੱਜ ਇੱਕ ਵਾਰੀ ਨਹੀਂ, ਮੈਂ ਤਾਂ ਦਰਜਨ ਟਾਈਮ 'ਤੇ ਜਾ ਆਇਆ, ਉੱਥੇ ਰਹੀਦਾ ਵੀ ਹੈ, ਫਿਰ ਆ ਜਾਈਦਾ ਆ। ਅਤੇ ਕੁੱਲ ਮਿਲਾ ਕੇ ਮੈਨੂੰ ਇਉਂ ਲੱਗਦਾ ਕਿ ਉੱਥੇ ਅਚਾਨਕ ਉਹ ਬੰਦੇ ਹੋਣਗੇ, ਕੋਈ ਪਲੈਨਡ, ਇਹ ਨਹੀਂ ਕਿ ਜਾਂ ਤਾਂ ਮੇਰਾ ਪਲੈਨਡ ਟ੍ਰਿਪ ਹੁੰਦਾ ਅਤੇ ਉਹਨਾਂ ਨੂੰ ਪਤਾ ਹੁੰਦਾ ਅਤੇ ਤਿਆਰੀ ਉਸ ਕਿਸਮ ਦੀ ਨਹੀਂ ਹੈ। ਪਰ ਜਿਹੜੀ ਸਭ ਤੋਂ ਮੈਨੂੰ ਬੁਰੀ ਗੱਲ ਲੱਗੀ, ਇੱਕ ਲੇਡੀ ਇੰਟਰਵਿਊ ਕਰ ਰਹੀ ਹੈ ਮੈਨੂੰ ਖਾਲਸਾ ਚੈਨਲ 'ਤੇ, ਔਰ ਉਹ ਮੁੰਡਾ ਕੈਮਰਾ ਲੈ ਕੇ ਖੜਾ, ਮਾਰੀ ਟਪੂਸਣੀ ਆ ਕੇ ਵਿੱਚ ਆ ਕੇ ਸਵਾਲ ਕਰਨ ਲੱਗ ਪਏ। ਇਹ ਬਦਤਮੀਜ਼ੀ ਨਹੀਂ ਹੈ? ਇਹ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਨਹੀਂ ਹੈ? ਜੇ ਤੁਸੀਂ ਮੀਡੀਆ ਨੂੰ ਵੀ ਕੋਈ ਗੱਲ ਨਹੀਂ ਕਰਨ ਦਿਓਗੇ, ਉਹਨਾਂ 'ਤੇ ਵੀ ਹਮਲਾਵਰ ਤਰੀਕਾ ਦੇ ਨਾਲ ਇੰਝ ਤੁਸੀਂ ਪੇਸ਼ ਆਓਗੇ, ਤੁਸੀਂ ਲੋਕਾਂ ਨੂੰ ਕੀ ਬੋਲਣ ਦਿਓਗੇ? ਤੁਸੀਂ ਤੇ ਜੋ ਅਸੀਂ ਅੱਜ ਸਮਾਜਿਕ ਸਾਮੰਤਵਾਦ, ਜਿਹੜਾ ਮਨੂਵਾਦੀ ਸੋਚ ਦੇ ਤਹਿਤ ਅਸੀਂ ਸਾਰੇ ਚੱਲ ਰਹੇ ਹਾਂ, ਔਰ ਜਿਹਦੇ ਵਿਰੁੱਧ ਆਵਾਜ਼ ਉਠਾਉਣ ਲਈ ਅਸੀਂ ਉੱਥੇ ਸਿੰਘੂ ਬਾਰਡਰ 'ਤੇ ਪਹੁੰਚੇ ਸੀਗੇ। ਅਸੀਂ ਜਿਹੜਾ ਦਲਿਤਾਂ ਦਾ, ਘੱਟ ਗਿਣਤੀਆਂ ਦੇ ਨਾਲ ਵਿਤਕਰਾ ਇਸ ਦੇਸ਼ 'ਚ ਹੁੰਦਾ, ਉਹਨਾਂ ਨੂੰ ਪੀੜਤ ਬਣਾਇਆ ਹੋਇਆ ਹੈ ਨਾ, ਉਸ ਦੇ ਵਿਰੋਧੀ ਤਾਂ ਬੋਲਣ ਗਏ ਸੀ। ਅਤੇ ਜੇ ਤੁਹਾਡੇ ਹੱਥ ਕੋਈ ਮਾੜੀ ਜਿਹੀ ਸ਼ਕਤੀ ਆ ਜਾਏ, ਤੁਹਾਡੀ ਥਾਣੇਦਾਰੀ ਜੋ ਅਸੀਂ ਦੇਖ ਰਹੇ ਹਾਂ, ਤੁਸੀਂ ਤਾਂ ਲੋਕਾਂ ਨੂੰ ਬਿਲਕੁਲ ਹੀ ਐਨ ਹੁਣ ਮਾੜਾ ਮੋਟਾ ਹੁਣ ਤਾਂ ਦਲਿਤ ਕਹਿ ਕੇ ਛੱਡਦੇ, ਤੁਸੀਂ ਤਾਂ ਉਹਨਾਂ ਨੂੰ ਗੁਲਾਮ ਬਣਾ ਦਿਓਗੇ ਪੂਰੇ ਦੇ ਪੂਰੇ। ਪ੍ਰੋਫੈਸਰ ਸਾਹਿਬ, ਜਿਹੜੇ ਸਵਾਲ ਉਹਨਾਂ ਨੇ ਚੱਕੇ ਆ ਵੀ ਤੁਸੀਂ ਦੀਪ ਸਿੱਧੂ ਨਾਲ ਸਟੇਜ ਸਾਂਝੀ ਕੀਤੀ ਸੀ ਪਹਿਲਾਂ, ਅਤੇ ਸਿੰਘੂ ਬਾਰਡਰ ਦਾ ਉਹਨਾਂ ਨੇ ਸਵਾਲ ਕੀਤਾ ਵੀ ਹੁਣ ਖਿਲਾਫਤ ਕਿਉਂ, ਹੁਣ ਉਹਨਾਂ ਦੇ ਖਿਲਾਫ ਕਿਉਂ ਬੋਲਿਆ ਜਾ ਰਿਹਾ, ਇਹ ਸਵਾਲ ਸੀ ਉਹਨਾਂ ਦਾ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਪਤਾ ਨਾ, ਮੈਂ ਇਹੋ ਕਹਿੰਦਾ ਕਿ ਅਣਜਾਣ ਜੇ ਮੈਨੂੰ ਤੇ ਉਸ ਗੱਲੋਂ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਸੀ। ਸਟੇਜ ਦੀਪ ਸਿੱਧੂ ਨੇ ਪੰਜਾਬ ਦੇ ਲੋਕਾਂ ਨਾਲ ਸਾਂਝੀ ਕੀਤੀ ਕਦੋਂ? 25 ਸਤੰਬਰ ਨੂੰ। ਇਹ ਜਿੱਦਣ ਪੰਜਾਬ ਬੰਦ ਆ, ਦੀਪ ਸਿੱਧੂ ਦੀ ਸਟੇਜ ਕਿੱਥੇ? ਉਹ ਪ੍ਰਾਈਵੇਟ ਸਟੇਜ ਸੀ ਦੀਪ ਸਿੱਧੂ ਦੀ। ਉਹ ਸਟੇਜ ਸਮੁੱਚੇ ਪੰਜਾਬੀਆਂ ਦੀ, ਖਾਸ ਕਰ ਨੌਜਵਾਨ ਉਦਣ ਬੜੀ ਵੱਡੀ ਪੱਧਰ 'ਤੇ ਆਏ ਸੀ। ਉਹ ਕੋਈ ਦੀਪ ਸਿੱਧੂ ਦਾ ਉੱਤੇ ਬੋਰਡ ਲੱਗਾ ਸੀ ਕਿ ਦੀਪ ਸਿੱਧੂ ਦੀ ਸਟੇਜ ਆ, ਉੱਥੇ ਸਾਰੇ ਹੀ ਬੋਲੇ ਆ, ਇੱਕ ਨਹੀਂ। ਸਵੇਰ ਤੁਸੀਂ ਇਹ ਦੇਖੋ ਕਿ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਕਿੰਨੇ ਲੋਕ ਬੋਲੇ ਹੋਣਗੇ, ਜਾਣੀ ਘੱਟੋ ਘੱਟ 40 ਲੋਕ ਤਾਂ ਬੋਲੇ ਹੀ ਹੋਣਗੇ। ਉਹ ਦੀਪ ਸਿੱਧੂ ਦੇ ਪੈਰੋਕਾਰ ਸੀ ਸਾਰੇ ਉੱਥੇ। ਇਹ ਇਹਨਾਂ ਨੂੰ ਬੜਾ ਭੁਲੇਖਾ ਪੈ ਗਿਆ। ਦੂਸਰੀ ਗੱਲ, ਮੈਨੂੰ ਇਹ ਬੰਦੇ ਇਹ ਦੱਸ ਦੇਣ ਕਿ ਸਿੱਖ ਕੀ ਹੁੰਦਾ, ਦੱਸ ਨਹੀਂ ਪਾਉਣਗੇ, ਭਾਵੇਂ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਕਹਿਣ ਕਿ ਅਸੀਂ ਖਾਲਸਾਈ ਮਤਲਬ ਚਾਹੁੰਦੇ ਹਾਂ, ਖਾਲਸਾਈ ਇੱਥੇ ਬੋਲਬਾਲਾ ਚਾਹੁੰਦੇ ਹਾਂ, ਸੂਬਿਆਂ ਦੇ ਵੱਧ ਅਧਿਕਾਰ ਚਾਹੁੰਦੇ ਹਾਂ ਅਸੀਂ। ਜਿਸ ਦਿਨ ਹੀ ਦੀਪ ਸਿੱਧੂ ਨੇ ਆਪਣਾ ਅਲੱਗ ਮੋਰਚਾ, ਜਿਹਨੂੰ ਸ਼ੰਭੂ ਮੋਰਚਾ ਕਿਹੜਾ ਮੋਰਚਾ ਸੀਗਾ? 4 ਬੰਦੇ ਨਹੀਂ ਸੀ ਬਹਿੰਦੇ ਉੱਥੇ। ਅਖੰਡ ਪਾਠ ਸਾਹਿਬ ਖਿਲਾ ਕੇ ਅਤੇ ਉੱਥੇ 4 ਬੰਦੇ ਇਕੱਠੇ ਕਰਨ ਦੇ, ਕਦੀ ਢਾਡੀ ਇਕੱਠੇ ਕਰਕੇ ਲੋਕਾਂ ਨੂੰ, ਕਦੀ ਕਿਸੇ ਨੂੰ ਇਕੱਠੇ ਕਰਕੇ ਤੁਸੀਂ 4 ਬੰਦੇ। ਅਸੀਂ ਇਹਨਾਂ ਨੂੰ ਪੁੱਛਿਆ ਸੀ ਅਤੇ ਰੋਕਿਆ ਵੀ ਸੀ ਵੀ ਹਾਂ ਕੰਮ ਨਾ ਕਰੋ। ਜੇ ਤੁਸੀਂ ਕੋਈ ਮੋਰਚਾ ਲਾਉਣਾ ਹੀ ਆ ਕਿਸਾਨਾਂ ਦੇ ਹੱਕ 'ਚ, ਜਿਵੇਂ ਸ਼ਹੀਨ ਬਾਗ ਦੇ ਵਿੱਚ ਲੱਗਾ, ਤਾਂ ਤੁਸੀਂ ਲੁਧਿਆਣੇ ਵਰਗੇ ਸ਼ਹਿਰ 'ਚ ਲਾਓ। ਤੁਸੀਂ ਚਲੋ ਹੋਰ ਨਹੀਂ ਤਾਂ ਫਤਿਹਗੜ੍ਹ ਸਾਹਿਬ 'ਚ ਲਾ ਦਿਓ, ਜਿੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਲੌਜਿਸਟਿਕ ਸਾਰੇ ਮਿਲ ਜਾਣਗੇ, ਔਰ GT ਰੋਡ 'ਤੇ ਆ, ਤੁਸੀਂ ਉੱਥੇ ਲਾ ਲਓ। ਤੁਸੀਂ ਮੋਹਾਲੀ ਲਾ ਲਓ, ਤੁਸੀਂ ਉੱਥੇ ਸ਼ੰਭੂ ਮੋਰਚੇ ਜਾ ਕੇ ਉਜਾੜ ਦੇ ਵਿੱਚ ਕਿਹੜਾ ਮੋਰਚਾ ਲਾਉਣਾ ਵੀ ਤੁਸੀਂ? ਨਹੀਂ ਜੀ, ਇੱਥੋਂ ਸਾਰੇ ਦੇਸ਼ ਨੂੰ ਮੈਸੇਜ ਪਹੁੰਚੂ। ਇਹਦਾ ਮਤਲਬ ਕੀ ਸੀ? ਉਹ ਸਾਡੀ ਗੱਲ ਕਿਸੇ ਵੀ ਜਦੋਂ ਸਾਨੂੰ ਪੁੱਛਿਆ ਵੀ ਇੱਥੇ ਲਾ ਲਿਆ, ਅਸੀਂ ਉਦਣ ਵੀ ਰੋਕਿਆ ਸੀ ਉਹਨਾਂ ਨੂੰ ਲਾਉਣ। ਫਿਰ ਜਿਸ ਦਿਨ ਉਹਨਾਂ ਨੇ ਲਾਉਣਾ ਸੀ 4 ਅਕਤੂਬਰ ਨੂੰ, ਅਤੇ ਮੈਨੂੰ ਦੀਪ ਸਿੱਧੂ ਫੋਨ ਕਰਦਾ, ਪ੍ਰੈਸ ਸਾਹਿਬ ਆ ਜਾਓ ਸਵੇਰੇ। ਮੈਂ ਕਿਹਾ ਮਾਫ਼ ਕਰੋ, ਕਿਉਂਕਿ ਉਦੋਂ ਪਹਿਲਾਂ ਅਸੀਂ ਸਮਝ ਗਏ ਸੀਗੇ, 4 ਦਿਨ ਪਹਿਲਾਂ ਹੀ ਅਸੀਂ ਸਮਝ ਗਏ ਸੀ ਵੀ ਇਹ ਸੁਧਰਨ ਵਾਲੇ ਨਹੀਂ, ਇਹ ਆਪਣੀ ਮਰਜ਼ੀ ਕਰਨਗੇ। ਔਰ ਉਹਨਾਂ ਨੇ ਕੀਤੀ, ਔਰ ਜਿਸ ਕਿਸਮ ਨਾਲ ਮੂੰਹ ਦੀ ਖਾਣੀ ਪਈ, ਜਿਸ ਕਿਸਮ ਨਾਲ ਤੰਬੂ ਬਾਅਦ ਵਿੱਚ ਕਿਸੇ ਨੂੰ ਪਤਾ ਲੱਗਾ ਕਦੋਂ ਪੱਟੇ ਗਏ।
ਜਾਣੀ ਤੁਸੀਂ ਕਿਹੜੀਆਂ ਏਡੀਆਂ ਵੱਡੀਆਂ ਉਹ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹ ਕਲੇਮ ਕਰ ਰਿਹਾ ਏਡੀਆਂ ਵੱਡੀਆਂ ਫੜਾਂ ਮਾਰ ਰਿਹਾ, ਕੁਛ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਲੋਕ ਬੇਵਕੂਫ ਨਹੀਂ ਹੈਗੇ ਅਤੇ ਇਸ ਲਈ ਇਹ ਜ਼ਬਰਦਸਤੀ ਤੁਸੀਂ ਕਿਸੇ ਦੀ ਸੋਚ ਨੂੰ ਜਾਂ ਤੁਸੀਂ ਕਿਸੇ ਦੀ ਰਾਜਨੀਤੀ ਨੂੰ ਦੂਜਿਆਂ ਦੇ ਮੂੰਹ 'ਚ ਪਾ ਕੇ ਡੰਡੇ ਨਾਲ ਘਵਾਉਣ ਦੀ ਕੋਸ਼ਿਸ਼ ਕਰਨਾ, ਇਹ ਤਾਂ ਤਾਨਾਸ਼ਾਹੀ ਐਟੀਟਿਊਡ ਆ। ਮੇਰਾ ਖਿਆਲ ਸਿੱਖੀ ਦੇ ਵਿੱਚ ਜਾਂ ਜਿਸ ਕਿਸਮ ਨਾਲ ਸਿੱਖਾਂ ਦੇ ਅੰਦਰ ਇੱਕ ਲੋਕਤੰਤਰਿਕਤਾ ਜਾਂ ਪੰਚਾਇਤ ਦੇ ਫੈਸਲੇ ਨਾਲ ਚੱਲਣਾ ਜਾਂ ਸਮੁੱਚੇ ਲੋਕਾਂ ਦੀ ਰਾਏ ਨਾਲ ਚੱਲਣਾ, ਉਸ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਦੇ ਤੇ ਬਿਲਕੁਲ ਹੀ ਵਿਪਰੀਤ ਹੈ। ਪ੍ਰੋਫੈਸਰ ਸਾਹਿਬ, ਇੱਕ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਤੁਸੀਂ ਦੀਪ ਸਿੱਧੂ ਨਾਲ ਡਾਕਟਰ ਧਰਮਵੀਰ ਗਾਂਧੀ ਜੀ ਅਤੇ ਤੁਸੀਂ ਇੱਕ ਚੰਡੀਗੜ੍ਹ 'ਚ ਕੋਈ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਇਸ ਸੰਘਰਸ਼ 'ਚੋਂ ਪਾਰਟੀ ਕੱਢਣ ਦੀ ਗੱਲ ਜਿਹੜੀ ਵਿਚਾਰ ਹੋਈ ਆ ਅਤੇ ਫੈਸਲਾ ਹੋਇਆ। ਅਤੇ ਹਾਲਾਂਕਿ ਕੋਈ ਪਾਰਟੀ ਬਣਾਉਣਾ ਜਾਂ ਚੋਣਾਂ ਲੜਨਾ ਕੋਈ ਗੁਨਾਹ ਨਹੀਂ ਹੈ, ਪਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਜਵਾਬ ਹੈ? ਨਹੀਂ, ਗਾਂਧੀ ਜੀ ਨੂੰ ਤਾਂ ਮੈਨੂੰ ਮਿਲਿਆ ਹੀ ਬਹੁਤ ਦੇਰ ਹੋ ਗਈ ਆ। ਮਤਲਬ ਅਸੀਂ ਉਂਝ ਜ਼ਰੂਰ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਹਾਂ, ਗਾਂਧੀ ਜੀ ਕਿੱਦਣ ਮਿਲੇ ਮੈਂ ਤੁਹਾਨੂੰ ਲਾਸਟ ਮੀਟਿੰਗ ਦੱਸ ਦਿੰਦਾ ਉਹਨਾਂ ਨਾਲ। ਉਦੋਂ ਇਹ ਦੀਪ ਸਿੱਧੂ ਸੀਨ 'ਤੇ ਨਹੀਂ ਸੀਗਾ। ਇਹ ਜੇ ਜੰਮਿਆ ਨਹੀਂ ਸੀ ਪੰਜਾਬ ਦੀ ਰਾਜਨੀਤੀ 'ਚ, ਇੰਝ ਕਹਿ ਲਓ ਤੁਸੀਂ। ਇੱਕ ਵਾਰੀ ਜੰਮਿਆ ਸੀਗਾ ਜਦੋਂ ਕੀ ਨਾ ਉਹ ਮੁੰਡਾ ਜਿਹੜਾ ਪਠਾਨਕੋਟ ਤੋਂ ਲੜਿਆ ਸੀ ਇਲੈਕਸ਼ਨ, ਸੰਨੀ ਦਿਓਲ। ਹਾਂ, ਸੰਨੀ ਦਿਓਲ ਦੀਆਂ ਜੀਪਾਂ 'ਚ ਜ਼ਰੂਰ 20 ਦਿਨ ਕੰਪੇਨ ਕਰਕੇ ਗਿਆ ਸੀ BJP ਦੀ। ਉਹ ਪਹਿਲਾ ਜਨਮ ਸੀ ਅਤੇ ਦੂਜਾ ਜਿਹੜਾ ਹੁਣ ਰੀਬਰਥ ਹੋਇਆ ਇਹਨਾਂ ਦਾ, ਖਾਲਸਾ ਹੀ ਰੀਬਰਥ ਹੋਇਆ। ਪਤਾ ਨਹੀਂ ਕਿਹੜਾ ਵਿੱਚ ਵਿਚਾਲੇ ਦੋਵਾਂ ਦੇ ਇਹਨਾਂ ਦਾ ਸੋਚ ਦਾ ਪਰਿਵਰਤਨ ਐਡਾ ਵੱਡਾ, ਕਿੱਥੇ ਉਹ ਅਤੇ ਕਿੱਥੇ ਇਹ ਹੋ ਗਿਆ। ਚਲੋ ਹੋ ਗਿਆ, ਕਿਸੇ ਨੂੰ ਵੀ ਅਧਿਕਾਰ ਆ। ਗਾਂਧੀ ਜੀ ਨਾਲ ਜਿਹੜੀ ਮੇਰੀ ਉਹ ਮੁਲਾਕਾਤ ਲਾਸਟ ਹੈਗੀ, ਉਹ ਬੜੇ ਸਾਡੇ ਰਿਸਪੈਕਟਡ ਹੈਗੇ ਆ, ਸਾਡੇ ਮਿੱਤਰ ਵੀ ਹੈਗੇ ਆ। ਅਸੀਂ ਜਦੋਂ ਚਾਹੀਏ ਫੋਨ 'ਤੇ ਗੱਲ ਵੀ ਕਰਦੇ ਹਾਂ। ਇਹ ਸੀਗਾ ਜਦੋਂ 1 ਰੁਪਈਏ ਦਾ ਜੁਰਮਾਨਾ ਪ੍ਰਸ਼ਾਂਤ ਭੂਸ਼ਣ ਹੁਣਾਂ ਨੂੰ ਹੋਇਆ ਸੀ ਅਤੇ ਉਹਨਾਂ ਨੂੰ ਜੇਲ੍ਹ 'ਚ ਦੇਣ ਦੀ ਗੱਲ ਸੀ, ਅਤੇ ਅਸੀਂ ਉਹਨਾਂ ਦੇ ਵਿਰੁੱਧ, ਮੇਰਾ ਖਿਆਲ ਸਭ ਤੋਂ ਪਹਿਲਾ ਵੱਡਾ ਮੁਜ਼ਾਹਰਾ ਅਸੀਂ ਹਾਈ ਕੋਰਟ 'ਚ ਕੀਤਾ ਸੀ। ਉਦੋਂ ਉਹ ਬੋਲਣ ਆਏ ਸੀ। ਉਦੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਜੇ ਤੁਹਾਡੇ ਕੋਲ ਕੋਈ ਫੋਟੋ ਵਾ, ਇਹਨਾਂ ਕੋਲ ਫੋਟੋ ਵਾ, ਕੋਈ ਕਿਸੇ ਕਿਸਮ ਦਾ ਪ੍ਰੂਫ ਹੈ ਦਿਖਾ ਦੇਣ। ਐਵੇਂ ਗਪੌੜ ਸੰਖ ਛੱਡੀ ਜਾਣ ਦਾ ਕੀ ਫਾਇਦਾ ਹੈਗਾ? ਦੀਪ ਸਿੱਧੂ ਦਾ ਜੋ ਤੁਹਾਨੂੰ ਮਕਸਦ ਕੀ ਲੱਗਦਾ ਵੀ ਕਿਸਾਨੀ ਸੰਘਰਸ਼ ਹੈ ਜਾਂ ਕੋਈ ਹੋਰ ਉਹਦਾ ਕੋਈ ਰਾਜਨੀਤਿਕ ਮਕਸਦ ਹੈ? ਦੇਖੋ, ਇਹ ਮੇਰੇ ਕਹਿਣ ਦੀ ਨਹੀਂ, ਤੁਹਾਡੇ ਕਹਿਣ ਦੀ ਗੱਲ ਨਹੀਂ। ਦੀਪ ਸਿੱਧੂ ਨੂੰ ਖੁਦ ਹੀ ਕਾਫੀ ਅੰਦਰੋਂ ਇਸ ਗੱਲ ਦੀ ਤਤਪਰਤਾ ਹੈਗੀ ਹੈ। ਇੱਕ ਦਿਨ ਕੁਝ ਕਿਸਾਨ ਲੀਡਰਾਂ ਦੀ ਓਵਰਆਲ ਮੀਟਿੰਗ 'ਤੇ ਹੋ ਚੁੱਕੀ ਸੀ ਕਿਸਾਨ ਭਵਨ ਦੇ ਕੈਰੋਂ ਜਿਹੜਾ ਹਾਲ ਹੈਗਾ ਉਹਦੇ ਥੱਲੇ। ਫਿਰ ਇਹਨਾਂ ਨੇ ਟਾਈਮ ਲੈ ਕੇ ਅਤੇ ਉਸ ਨੂੰ ਜਿਹੜੇ ਬਾਕੀ ਦੇ ਕੁਛ ਲੀਡਰ ਸੀਗੇ ਉਹਦੇ 'ਚ ਸੰਧੂ ਵੀ ਸੀ, ਹੋਰ ਵੀ ਕੁਛ ਲੀਡਰ, ਮੈਂ ਕਿਹਾ ਡਾਕਟਰ ਸਾਹਿਬ ਵੀ ਸੀਗੇ, ਡਾਕਟਰ ਦਰਸ਼ਨਪਾਲ ਅਤੇ ਕੁਲਵੰਤ ਸੰਧੂ ਵੀ ਸੀ, ਅਤੇ ਹੋਰ ਕੁਛ ਉਹਨਾਂ ਦੇ ਲੀਡਰ ਵੀ ਸੀ। ਉਹਨਾਂ ਦੇ ਵਿੱਚ ਇਹ ਸਾਰੇ ਸਿੰਗਰ ਮੇਰੇ ਵੀਰ ਆਏ ਸੀਗੇ। ਉਹਦੇ 'ਚ ਲੱਖਾ ਸਿਧਾਣਾ ਵੀ ਸੀ, ਉਹ ਸਿੰਗਰ ਤਾਂ ਨਹੀਂ ਹੈਗਾ ਪਰ ਨਾਲ ਹੀ ਆਏ ਸੀ। ਅਤੇ ਨਾਲ ਹੀ ਇਹ ਦੀਪ ਸਿੱਧੂ ਵੀ ਸੀ, ਜਸ ਸੀ ਬਾਜਵਾ, ਹੋਰ ਕੁਛ ਲੋਕ ਆਏ ਸੀ। ਇਹਨਾਂ ਵੱਲੋਂ ਉੱਥੇ ਪ੍ਰਪੋਜ਼ਲ ਸੀ ਵੀ ਸਾਨੂੰ ਵੀ ਸਪੋਰਟ ਕਰਨ ਦਾ ਮੌਕਾ ਦਿੱਤਾ ਜਾਏ। ਹੁਣ ਸਾਰੇ ਬੋਲੇ ਆਪੋ ਆਪਣੀ ਗੱਲ ਕਹੀ, ਪਰ ਦੀਪ ਸਿੱਧੂ ਦਾ ਮੈਨੂੰ ਕਲੀਅਰਲੀ ਯਾਦ ਹੈ, ਉੱਦਣ ਵੀ ਕਹਿੰਦਾ ਸੀ ਕਿ ਜੇ 3 ਕਾਨੂੰਨ ਵਾਪਸ ਵੀ ਹੋ ਗਏ ਤਾਂ ਫਿਰ ਕਿਹੜਾ ਮਸਲੇ ਹੱਲ ਹੋ ਜਾਣਗੇ। ਇਹਦਾ ਮਤਲਬ ਉਹਦੇ ਮਨ 'ਚ ਕੋਈ ਉੱਦਣ ਵੀ ਪਲਾਨ ਕੋਈ ਵੱਡੀ ਹੋਰ ਘੁੰਮੀ ਜਾਂਦੀ। ਕੀ ਲੱਗਦਾ ਜੀ ਤੁਹਾਨੂੰ? ਕੀ ਲੱਗਦਾ ਇਹ ਹੁਣ ਉਹੀ ਜਾਣਨ, ਉਹ ਕਹਿਣ ਕਲੀਅਰਲੀ। ਜੇ ਉਹਨਾਂ ਦੇ ਮਨ ਵਿੱਚ ਕੋਈ ਖਾਲਸਾ ਹੀ ਰਾਜ ਹੈ ਅਤੇ ਉਹ ਵੀ ਕਹਿਣ, ਜੇ ਪੰਜਾਬੀਆਂ ਲਈ ਵੱਧ ਅਧਿਕਾਰ ਦੀ ਗੱਲ ਹੈ ਉਹ ਵੀ ਕਲੀਅਰਲੀ ਕਹਿਣ ਨਾ, ਉੱਥੇ ਮੀਟਿੰਗ 'ਚ ਹੀ ਕਹਿਣ ਦੇ, ਨਾਲੇ ਪਤਾ ਲੱਗ ਜਾਂਦਾ। ਤੁਸੀਂ ਐਵੇਂ ਲੁਕਾਉਣ ਦੀ ਕੀ ਗੱਲ ਹੈ? ਜੇ ਮੇਰੇ ਕੋਈ ਵਿਚਾਰ ਹੈਗੇ, ਮੇਰੀ ਕੋਈ ਕਮਿਟਮੈਂਟ ਹੈਗੀ ਹੈ ਤਾਂ ਉਸ ਨੂੰ ਮੈਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ ਨਾ। ਉੱਥੇ ਲੁਕੀ ਛਿਪੀਆਂ ਗੁੰਝਲਾਂ ਪਾਉਣ ਦੀ ਕੀ ਆ? ਮੈਂ ਤਾਂ ਤੁਹਾਨੂੰ ਦੱਸਦਾ ਕਿ ਮੈਂ ਹੁਣੇ ਪਰਸੋਂ ਜਦੋਂ ਜਾ ਕੇ ਆਇਆ, ਰਾਹ 'ਚ ਦੇਖਿਆ, ਅੱਗੇ ਨਹੀਂ ਸੀ ਉਹ, ਮੈਂ ਪਹਿਲੀ ਵਾਰੀ ਦੇਖਿਆ ਕਿ ਜਿਹੜਾ ਸਪਰੇਅ ਦੇ ਨਾਲ ਕੰਧਾਂ 'ਤੇ ਨਹੀਂ ਲਿਖਦੇ ਦੇ, ਪੇਂਟ ਸਪਰੇਅ ਕਰਕੇ, ਉਹ ਅੱਜ ਕੱਲ੍ਹ ਪ੍ਰੈਸ਼ਰ ਵਾਲਾ ਸਪਰੇਅ ਮਿਲਦਾ, ਉੱਤੇ ਜਗ੍ਹਾ ਜਗ੍ਹਾ ਨਾਅਰੇ ਲੱਗੇ ਹੋਏ ਆ, ਜਿਹਦੇ ਵਿੱਚ ਇੱਕ ਨਾਅਰਾ ਬੜਾ ਸੋਹਣਾ ਇਹ ਵੀ ਲਿਖਿਆ ਹੋਇਆ ਸੀਗਾ ਕਿ ਜੇ ਕਿਸਾਨੀ ਦੇ ਮਾਮਲਿਆਂ ਦਾ ਜੇ ਕੋਈ ਹੱਲ ਕਰਨਾ ਤਾਂ ਉਹ ਖਾਲਸਾ ਹੀ ਰਾਜ ਆ। ਹੁਣ ਇੱਕ ਪਾਸੇ ਇਹ ਵੀ ਕਹਿੰਦੇ ਕਿ ਕਿਸਾਨਾਂ ਦੇ ਮਸਲੇ ਇੱਥੇ ਇਹਨਾਂ ਮੰਗਾਂ ਨੂੰ ਮੰਨਣ 'ਚ ਨਹੀਂ ਹੋ ਸਕਦੇ ਵੀ ਸਮੁੱਚੀ, ਜਿਵੇਂ ਬਾਬਾ ਬੰਦਾ ਬਹਾਦਰ ਨੇ ਕਿਸੇ ਵੇਲੇ ਜਿਹੜੇ ਮਜਾਰੇ ਸੀ ਸਾਰਿਆਂ ਨੂੰ ਮਾਲਕ ਬਣਾ ਦਿੱਤਾ ਹੈ, ਹੁਣ ਇਹ ਉਸ ਟੋਨ ਦੇ ਵਿੱਚ ਗੱਲ ਕਰਦੇ ਆ ਕਿ ਅੱਜ ਦੇ ਯੁੱਗ ਵਿੱਚ ਵੀ ਜੇ ਕਿਸਾਨੀ ਦੇ ਮਾਮਲੇ ਹੱਲ ਕਰਨੇ ਆ ਤਾਂ ਸਾਨੂੰ ਜਰਾ ਮੌਕਾ ਦਿਓ, ਫਿਰ ਅਸੀਂ ਦੇਖਾਂਗੇ, ਫਿਰ ਸਾਡੀ ਚਾਲ ਦੇਖਿਓ। ਹੁਣ ਚਾਲ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਤੁਸੀਂ ਕਿਸੇ ਨੂੰ ਵੀ ਆਪਣੇ ਜੋ ਵੀ ਤੁਹਾਡੇ ਪ੍ਰੋਗਰਾਮ ਆ ਉਹਦੇ ਵਿੱਚ ਸ਼ਾਮਲ ਹੋ ਕੇ, ਜਾਂ ਤਾਂ ਤੁਸੀਂ ਸ਼ਾਮਲ ਹੋਣ ਨਹੀਂ ਦੇਣਾ ਚਾਹੁੰਦੇ, ਗੱਲ ਸੁਣਦੇ ਨਹੀਂ ਕਿਸੇ ਦੀ। ਜੇ ਕੋਈ ਸ਼ਾਮਲ ਕਰ ਲਓ ਤਾਂ ਫਿਰ ਤੁਸੀਂ ਆਪਣੀ
ਗੱਲ ਕਰਦੇ ਦੂਜੇ ਦੀ ਸੁਣਦੇ ਨਹੀਂ, ਆਪਣੀ ਮਨਮਰਜ਼ੀ ਕਰਦੇ, ਫਿਰ ਲੋਕ ਤੇ ਨਹੀਂ ਘੱਟੋ ਘੱਟ ਜੁੜਦੇ। ਲੋਕ ਫਿਰ ਸਮਝ ਲੈਂਦੇ ਆ ਕਿ ਠੀਕ ਆ, ਇਹਨਾਂ ਨੂੰ ਮੱਛੀ ਜਿਹੜੀ ਆ ਉਹ ਪੱਥਰ ਚੱਟ ਕੇ ਮੁੜਦੀ ਹੁੰਦੀ ਆ। ਬਥੇਰੇ ਲੋਕਾਂ ਨੇ ਪਹਿਲਾਂ ਇਹੋ ਜਿਹੀਆਂ ਉਛਲ ਕੁੱਦੀਆਂ ਮਾਰੀਆਂ, ਇਹ ਵੀ ਮਾਰ ਲੈਣ। ਸਰ ਦੀਪ ਸਿੱਧੂ ਜੀ ਦੀ ਰਿਹਾਈ ਹੋਈ ਆ ਕੱਲ੍ਹ ਦੀ ਗੱਲ ਹੈਗੀ ਹੈ, ਅਤੇ ਉਸ ਰਿਹਾਈ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਉਸ ਰਿਹਾਈ ਤੋਂ ਬਾਅਦ ਜਿੱਦਾਂ ਹੁਣ ਲੱਖਾ ਸਿਧਾਣਾ ਜੀ ਦੀ ਵੀ ਐਂਟਰੀ ਜਿਹੜੀ ਕੀਤੀ ਗਈ ਹੈ, ਕਰਵਾਈ ਗਈ ਹੈ ਇਸ ਸੰਘਰਸ਼ ਦੇ ਵਿੱਚ, ਅਤੇ ਸੰਸਦ ਵੱਲ ਮਾਰਚ ਦੀ ਵੀ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਕਹੀ ਹੈ। ਇਹਨਾਂ ਦੀ ਰਿਹਾਈ ਨਾਲ ਜਾਂ ਇਹਨਾਂ ਦੇ ਬਾਹਰ ਆ ਕੇ ਇਸ ਸੰਘਰਸ਼ ਦੇ ਵਿੱਚ ਇੰਟਰਵੇਨ ਕਰਨ ਦਾ ਜਾਂ ਕੋਈ ਖਦਸ਼ੇ ਕੁਛ ਲੋਕਾਂ ਵੱਲੋਂ ਜ਼ਾਹਰ ਕੀਤੇ ਜਾ ਰਹੇ ਆ, ਤੁਹਾਨੂੰ ਲੱਗਦਾ ਕਿ ਉਹ ਖਦਸ਼ੇ ਸਿਰਫ ਖਦਸ਼ੇ ਹੀ ਆ ਜਾਂ ਉਹ 'ਚ ਕੋਈ ਸੱਚਾਈ ਵੀ ਹੈ? ਦੇਖੋ, ਇਹ ਤਾਂ ਚੰਗੀ ਗੱਲ ਹੈ ਕਿ ਉਹਨਾਂ ਦੀ ਰਿਹਾਈ ਹੋਈ, ਕਿਉਂਕਿ ਕੇਸ ਕੋਈ ਬਹੁਤਾ ਸੋਲਿਡ ਬਣਦਾ ਨਹੀਂ। ਹਾਂ, ਮੈਂ ਇਹ ਕਹਿਣਾ, ਮੇਰਾ ਤਾਂ ਇੱਕ ਹੋਰ ਵੀ ਹੈ। ਤੁਹਾਨੂੰ ਪਤਾ ਕਿ ਜਨਰਲ ਡਾਇਰ ਨੂੰ ਊਧਮ ਸਿੰਘ ਨੇ ਕਿਵੇਂ ਜਾ ਕੇ ਕੈਕਸਟਨ ਹਾਲ ਦੇ ਵਿੱਚ, ਮੈਂ ਹਾਲ ਦੇਖ ਕੇ ਆਇਆ ਇੰਗਲੈਂਡ ਦੇ ਵਿੱਚ, ਹਾਂ, ਜਿੱਥੇ ਗੋਲੀ ਮਾਰੀ ਸੀਗੀ। ਮੇਰੇ ਦੋਸਤ ਜਿਹੜੇ ਆ ਬ੍ਰਿਟਿਸ਼, ਉਹ ਮੈਨੂੰ ਲੈ ਕੇ ਗਏ ਸੀ, ਤਾਂ ਉਹਨੇ ਉਹ ਭੱਜਿਆ ਨਹੀਂ ਸੀ। ਉਹਨੇ ਸਾਨੂੰ ਛੋਟੀ ਜਿਹੀ ਜਮਾਤ 'ਚ, ਪਤਾ ਨਹੀਂ 6ਵੀਂ 7ਵੀਂ ਜਮਾਤ 'ਚ ਹੁੰਦੀ ਸੀਗੀ, ਊਧਮ ਸਿੰਘ ਬਾਰੇ, ਸ਼ਹੀਦ ਊਧਮ ਸਿੰਘ ਬਾਰੇ ਕਵਿਤਾ, ਮੈਂ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪਕਾਰਾਂ, ਠੀਕ ਹੈ, ਕਿ ਮੈਂ ਜੋ ਕਰ ਭਗਤ ਸਿੰਘ ਬਾਰੇ ਵੀ ਬੰਬ ਸੁੱਟ ਕੇ ਭੱਜੇ ਥੋੜ੍ਹੀ ਆ, ਉਹਨਾਂ 'ਤੇ ਇੱਕ ਕਿਸਮ ਦਾ, ਜਾਂ ਤਾਂ ਤੁਸੀਂ ਉਹ ਸਟਾਂਸ ਲਓ ਨਾ, ਤੁਸੀਂ ਕਹੋ ਵੀ ਹਾਂ ਵੀ ਸਾਡਾ ਇੱਕ ਪਰਪਸ ਹੈ ਇਸ ਦੇਸ਼ ਦੇ ਵਿੱਚ, ਅਸੀਂ ਖਾਲਸਾਈ ਰਾਜ ਚਾਹੁੰਦੇ ਹਾਂ, ਪੰਜਾਬੀਆਂ ਲਈ ਵੱਧ ਅਧਿਕਾਰ ਚਾਹੁੰਦੇ ਹਾਂ, ਆਹ ਸਾਡਾ ਨਿਸ਼ਾਨ ਸਾਹਿਬ ਲਾਲ ਕਿਲ੍ਹੇ 'ਤੇ ਆ, ਸਾਡੀ ਦਿੱਲੀ ਤਮੰਨਾ ਆ, ਅਸੀਂ ਇਹਦੇ ਨਾਲ ਖੜ੍ਹੇ ਹਾਂ, ਸਾਨੂੰ ਗੋਲੀ ਮਾਰਨੀ ਗੋਲੀ ਮਾਰੋ, ਜੇਲ੍ਹ 'ਚ ਦੇਣਾ ਜੇਲ੍ਹ 'ਚ ਦਿਓ, ਸਾਰੀ ਉਮਰ ਰੱਖਣਾ ਸਾਰੀ ਉਮਰ ਕਹੋ। ਜਾ ਕੇ ਵਕੀਲ ਕਰਕੇ ਤੇ ਤੁਸੀਂ ਉਹ ਲਿੱਲੜੀਆਂ ਕੱਢਦੇ ਫਿਰਦੇ ਆ ਕਿ ਨਹੀਂ 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 ਅਸੀਂ ਤਾਂ ਕੁਛ ਨਹੀਂ ਕਿਹਾ ਜੀ, ਅਸੀਂ ਤਾਂ ਕੁਛ ਨਹੀਂ ਕੀਤਾ ਜੀ, ਦੇਖੋ ਜੀ ਇਹ ਤਾਂ ਸਾਡੇ ਤੇ ਐਵੇਂ ਨਜਾਇਜ਼ ਹੀ ਹੈ ਜੀ, ਅਸੀਂ ਤਾਂ ਖੜ੍ਹੇ ਹੀ ਸੀ ਉੱਥੇ, ਐਵੇਂ ਵੇਖਣ ਹੀ ਗਏ ਸੀਗੇ ਕਿ ਕੀ ਹੋ ਰਿਹਾ, ਤਮਾਸ਼ਾ ਹੋ ਰਿਹਾ ਸੀ ਉੱਥੇ। ਤੁਸੀਂ ਉੱਥੇ ਲੋਕਾਂ ਨੂੰ ਲੈ ਕੇ ਮਰਵਾਉਣ ਲਈ ਲੈ ਕੇ ਗਏ ਸੀਗੇ, ਯਾਨੀ ਐਵੇਂ ਬੱਚਿਆਂ ਵਾਲੀਆਂ ਇਹ ਖੇਲਾਂ ਹੋ ਰਹੀਆਂ ਇੱਥੇ। ਇੱਕ ਐਡੀ ਵੱਡੀ ਇਤਿਹਾਸਿਕ ਆਜ਼ਾਦ ਭਾਰਤ ਵਿੱਚ ਐਡੀ ਤਕੜੀ, ਐਡੀ ਵਿਸ਼ਾਲ ਅਤੇ ਐਡੀ ਮਜ਼ਬੂਤ, ਔਰ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਭਿੰਨ ਭੇਦ ਨਹੀਂ ਹੈ, ਜੋ ਬਿਲਕੁਲ ਮੈਂ ਕਹਿੰਦਾ ਸਿੱਖ ਸਪਿਰਿਟ ਦਾ ਅਸਲੀ ਪ੍ਰਦਰਸ਼ਨ ਤੇ ਕਿਸਾਨ ਕਰ ਰਹੇ ਆ। ਇਹ ਕੀ ਕਰ ਰਹੇ ਆ? ਇਹ ਵਿੱਚ ਖਰੂਦ ਪਾ ਰਹੇ ਆ। ਕਿਵੇਂ ਕਹਿ ਰਿਹਾ? ਉੱਥੇ ਯੂਪੀ ਵਾਲਾ ਨਹੀਂ, ਉੱਥੇ ਕੋਈ ਕਿਸੇ ਕਿਸਮ ਦਾ ਹਰਿਆਣੇ ਵਾਲਾ ਨਹੀਂ, ਉੱਥੇ ਕੋਈ ਦਲਿਤ ਨਹੀਂ, ਉੱਥੇ ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਕਿਸੇ ਕਿਸਮ ਦਾ ਵਖਰੇਵਾਂ ਤੁਸੀਂ ਦੇਖਦੇ ਹੋ ਉੱਥੇ ਜਾ ਕੇ। ਯਾਨੀ ਸਮੁੱਚੇ ਸਿੱਖੀ ਦੀ ਜਿਹੜੀ ਸੱਭਿਅਤਾ ਜਾਂ ਉਹਨਾਂ ਦਾ ਸੱਭਿਆਚਾਰ ਆ, ਜਾਂ ਉਹਨਾਂ ਦਾ ਸਾਨੂੰ ਗੁਰੂ ਸਾਹਿਬਾਨਾਂ ਨੂੰ ਸਾਨੂੰ ਮਾਰਗਦਰਸ਼ਨ ਜਿਹੜਾ ਸਾਨੂੰ ਦੇ ਕੇ ਗਏ ਆ, ਸਾਨੂੰ ਜਿਹੜਾ ਫਲਸਫਾ ਦੇ ਕੇ ਗਏ, ਉਹਦਾ ਅਸਲੀ ਪ੍ਰੈਕਟੀਕਲ ਰੂਪ ਆ ਉੱਥੇ ਬੇਗਮਪੁਰਾ ਵਸਾਇਆ ਹੋਇਆ, ਜਿਹੜਾ ਸਿੰਘੂ ਟਿਕਰੀ ਬਾਰਡਰ। ਜਿਹੜਾ ਮਰਜੀ ਗਰੀਬ ਤੋਂ ਗਰੀਬ ਨਿੱਕੇ ਨਿੱਕੇ ਨਿਆਣੇ ਜਿਹੜੇ ਰੈਗ ਪਿਕਰ ਆ, ਜਿਨ੍ਹਾਂ ਦੇ ਕਦੀ ਉਹਨਾਂ ਨੇ ਪਤਾ ਨਹੀਂ ਮਹੀਨਾ ਹੋਇਆ ਨਹਾਤਾ ਵੀ ਨਹੀਂ ਹੋਊਗਾ, ਆ ਕੇ ਲੰਗਰ 'ਚ ਬਰਾਬਰ, ਕੋਈ ਉਹਨਾਂ ਨੂੰ ਨਫ਼ਰਤ ਕਰਦਾ, ਗਲੇ ਲਾਉਂਦਾ। ਇਹ ਅਸੀਂ ਚਾਹੁੰਦੇ ਹਾਂ ਕਿ ਮਨੁੱਖਾਂ ਨੂੰ ਅਤੇ ਜਿਹੜੇ ਗੈਰ ਮਨੁੱਖ ਵੀ ਆ, ਜਾਨਵਰਾਂ ਦੇ ਪੌਦਿਆਂ ਨੂੰ ਵੀ, ਉਹਨਾਂ ਦੀ ਇੱਕ ਏਕੇ ਦੀ ਸੈਲੀਬ੍ਰੇਸ਼ਨ ਨੂੰ ਹੀ ਸਿੱਖੀ ਫਾਤ ਮੈਂ ਕਹਿੰਦਾ ਕਿ ਉਹਨਾਂ ਦੀ ਸਾਰਿਆਂ ਦੀ ਇੱਜ਼ਤ ਕਰੋ, ਪਿਆਰ ਕਰੋ, ਮਾਣ ਬਖਸ਼ੋ। ਪਰ ਇਹ ਉਲਟਾ ਕੋਈ ਪਤਾ ਨਹੀਂ ਕਿਹੜੇ ਸੁਪਨਿਆਂ ਦੀ ਦੁਨੀਆ ਦੇ ਵਿੱਚ ਰਹਿ ਰਹੇ ਆ, ਉਸ ਦਾ ਆਨੰਦ ਮਾਣਨ ਲਈ ਉਸ ਨੂੰ ਸਾਰੀ ਦੁਨੀਆ 'ਚ ਹੋਰ ਉਸ ਮੈਸੇਜ ਦੇ ਕਿ ਇਹ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਉਸ ਸਿੰਘੂ ਟਿਕਰੀ ਬਾਰਡਰ ਦੇ ਉੱਤੇ। ਜਦੋਂ ਹਰਿਆਣੇ ਵਾਲੇ ਜਿਹੜੇ ਸਾਡੇ ਬਿਲਕੁਲ ਬਰਾਬਰ ਦੇ ਖੜੇ ਹੁੰਦੇ, ਬਾਰ-ਬਾਰ ਕਹਿੰਦੇ ਪੰਜਾਬੀ ਸਾਡੇ ਵੱਡੇ ਭਰਾ, ਇਹ ਛੋਟੇ ਭਰਾ। ਇਸੇ ਤਰੀਕੇ ਨਾਲ ਜਿਹੜੇ ਟਿਕਾਇਤ ਨੇ ਵੀ ਕਿੰਨੀ ਵਾਰੀ ਕਿਹਾ, ਇਹ ਜਿਹੜੇ ਵੀ ਸਾਨੂੰ ਸਿੰਘੂ ਬਾਰਡਰ ਵਾਲੇ ਫੈਸਲਾ ਕਰਨਗੇ ਉਹ ਸਾਨੂੰ ਫੈਸਲਾ ਮਨਜ਼ੂਰ। ਇਹ ਛੋਟੀਆਂ ਗੱਲਾਂ ਪਹਿਲੀ ਵਾਰੀ ਸਾਰੀ ਦੁਨੀਆ ਦੇ ਵਿੱਚ ਔਰ ਦੇਸ਼ ਦੇ ਵਿੱਚ ਪਤਾ ਲੱਗਾ ਕਿ ਜੋ ਸਿੱਖੀ ਦਾ ਪ੍ਰਚਾਰ ਉਹਨਾਂ ਤੱਕ ਪਹੁੰਚਾਇਆ ਜਾਂਦਾ ਸੀ ਕਿਸੇ ਵੱਲੋਂ ਵੀ, ਜੋ ਅਸਲੀਅਤ ਉਹਨਾਂ ਨੂੰ ਹੁਣ ਇਸ ਮੂਵਮੈਂਟ ਰਾਹੀਂ ਸਾਹਮਣੇ ਆਈ, ਉਹ ਤਾਂ ਬਿਲਕੁਲ ਉਹਦੇ ਉਲਟਿਆ। ਇਹ ਤਾਂ ਬੰਦੇ ਇੰਨੇ ਦਲੇਰ, ਇੰਨੇ ਬੀਬੇ, ਇੰਨੇ ਨਾਈਸ, ਇੰਨੇ ਦਿਆਲੂ, ਇੰਨੇ ਤਿਆਗੀ, ਇੰਨੇ ਕਿਸੇ ਨੂੰ ਕੁਛ ਵੀ ਆਪਣੀਆਂ ਚੀਜ਼ਾਂ ਨੂੰ ਦੇ ਕੇ ਪੈਸਾ ਧਨ ਦੌਲਤ ਲਟਾ ਕੇ ਖੁਸ਼ ਹੁੰਦੇ ਆ। ਇਹਦੀ ਵਰਗੀ ਦੁਨੀਆ ਕਿੱਥੇ ਆ? ਇਹ ਤਾਂ ਇੱਕ ਨਾ ਅਲੱਗ ਦੁਨੀਆ ਵਸਾਉਂਦੇ ਆ। ਇਹ ਤਾਂ ਬੰਦੇ ਹੀ ਬਿਲਕੁਲ ਹੀਰੇ ਜਿਹੜੇ ਛਿਪੇ ਰਹੇ ਆ। ਸੱਚੀ ਗੱਲ, ਉਹਨਾਂ ਦੀਆਂ ਅੱਖਾਂ ਉਗੜੀਆਂ ਪਹਿਲੀ ਵਾਰੀ। ਇਹ ਉਹਦੇ 'ਚ ਆਪਣਾ ਪਸੂੜੀ ਪਾਉਣਾ ਚਾਹੁੰਦੇ ਆ। ਕੋਈ ਬਹੁਤੀ ਗੱਲ ਚੰਗੀ ਨਹੀਂ ਮੈਨੂੰ ਲੱਗਦਾ। ਇਹ ਸਿੱਖੀ ਦੇ ਵੀ ਸੱਭਿਆਚਾਰ ਅਤੇ ਸਿੱਖੀ ਸੋਚ, ਸਿੱਖੀ ਮਾਰਗ ਦੇ ਵੀ ਵਿਪਰੀਤ ਸਟੈਪਸ ਲੈ ਰਹੇ ਆ, ਉਸ ਨੂੰ ਅੱਗੇ ਨਹੀਂ ਤੋਰ ਰਹੇ। ਪ੍ਰੋਫੈਸਰ ਸਾਹਿਬ, ਤੁਸੀਂ ਸਿੱਖੀ ਦੀ ਗੱਲ ਕੀਤੀ ਹੈ, ਕੁਝ ਸਿੱਖ ਵਿਦਵਾਨ ਨੇ
ਜਿੱਦਾਂ ਅਜਮੇਰ ਸਿੰਘ ਜੀ ਆ, ਆਪਣੇ ਸੁਖਪ੍ਰੀਤ ਸਿੰਘ ਉਦੋਕੇ ਜੀ ਆ, ਉਹ ਵੀ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਉੱਤੇ ਵਾਰ-ਵਾਰ ਜਿਹੜਾ ਸਵਾਲ ਕਿਸਾਨੀ ਆਗੂਆਂ ਦੇ ਉੱਤੇ ਕਰ ਰਹੇ ਆ ਔਰ ਉਹਨਾਂ ਨੂੰ ਲੱਗਦਾ ਵੀ ਇਸ ਸੰਘਰਸ਼ ਨੂੰ ਇਸ ਤਰੀਕੇ ਨਾਲ ਚਲਾਉਣਾ ਚਾਹੀਦਾ। ਅਤੇ ਕੁਝ ਲੋਕਾਂ ਵੱਲੋਂ ਇਹ ਵੀ ਦੋਸ਼ ਲਾਏ ਜਾਂਦੇ ਉਹਨਾਂ 'ਤੇ ਵੀ ਇਹ ਏਜੰਸੀਆਂ ਦੇ ਬੰਦੇ ਆ। ਕੀ ਉਹ ਦੋਸ਼ ਸਹੀ ਨੇ ਜਾਂ ਗਲਤ ਨੇ, ਜਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਤੇ ਮੇਰੇ ਕੋਲ ਕੋਈ ਇਹੋ ਜਿਹਾ ਸਬੂਤ ਨਹੀਂ ਉਹ ਏਜੰਸੀਆਂ ਦੇ ਬੰਦੇ ਆ ਜਾਂ ਉਹ ਸਹੀ ਬੰਦੇ। ਮੈਂ ਤਾਂ ਕੋਈ ਕਿਸੇ ਨੂੰ ਸਰਟੀਫਿਕੇਟ ਨਹੀਂ ਦਿੰਦਾ। ਪਰ ਇੱਕ ਆਰਗੂਮੈਂਟ ਮੈਂ ਆਪ ਵੀ ਸੁਣਿਆ, ਸਾਡੇ ਮਿੱਤਰ ਵੀ ਹੈਗੇ ਆ, ਅਜਮੇਰ ਸਿੰਘ ਬਹੁਤ ਪੁਰਾਣੇ, ਕਿਸੇ ਵੇਲੇ ਉਹ ਨਕਸਲਾਈਟਾਂ ਦੇ ਬਹੁਤ ਵੱਡੇ ਲੀਡਰ ਸੀ, ਕਾਮਰੇਡ ਸੀਗੇ, ਹੁਣ ਉਹ ਸਿੱਖ ਸਕਾਲਰ ਹੋ ਗਿਆ। ਅਤੇ ਚੰਗੀ ਗੱਲ ਲੱਗਦੀ ਸਾਨੂੰ ਜੇ ਕੋਈ ਬਦਲ ਗਏ ਆ ਉਹ, ਅਤੇ ਹੁਣ ਉਹ ਆ ਗਏ ਆ ਸਿੱਖੀ ਵੱਲ। ਉਹ ਇਹਦਾ ਤੋੜਾ ਕੀ ਝਾੜ ਰਹੇ, ਕਨਕਲੂਡ ਕਰ ਰਹੇ ਆ ਇਹ ਕਹਿ ਕੇ ਕਿ ਦੇਖੋ ਜਿਹੜਾ ਦੀਪ ਸਿੱਧੂ ਨੂੰ ਸਾਂਝੀ ਸਟੇਜ 'ਤੇ ਨਾ ਆਉਣ ਦੇਣਾ, ਇਹ ਸਿੱਖੀ ਅਸੂਲਾਂ ਦੇ ਬਿਲਕੁਲ ਉਲਟ ਆ। ਦੇਖੋ, ਇੱਕ ਤੀਰ ਤੇ ਇਹ ਮਾਰਤਾ ਵੀ ਉਹ ਸਿੱਖੀ ਦੇ ਅਗੇਂਸਟ ਆ ਬੈਠੇ ਜਿਹੜੇ ਸਾਰੇ। ਦੂਸਰਾ ਇਹ ਕਹਿ ਦਿੱਤਾ ਕਿ ਇਹ ਬ੍ਰਾਹਮਣੀਕਲ ਸੋਚ ਆ, ਵੀ ਜਾਣੀ ਜਿਹੜੀ ਬਾਹਰ ਰੱਖਦੇ ਆ, ਐਕਸਕਲੂਜ਼ਨ ਕਰਦੇ ਆ, ਇਹ ਬ੍ਰਾਹਮਣੀਕਲ ਸੋਚ ਦੇ ਹੈਗੇ ਆ। ਹੱਦ ਹੋ ਗਈ ਆ। ਕੋਈ ਸਿੱਖੀ ਕਿਸੇ ਨੇ ਕੋਈ ਪ੍ਰਾਈਵੇਟ ਠੇਕਾ ਥੋੜ੍ਹੀ ਲੈ ਲਿਆ। ਸਿੱਖੀ ਤੇ ਹਰ ਉਸ ਮਨ ਦੇ ਵਿੱਚ ਵੱਸਦੀ ਹੈ। ਜੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਤੁਹਾਡਾ ਨਾਂ ਰਮਨ ਹੈ ਮੇਰਾ ਖਿਆਲ, ਹੈ ਨਾ? ਮੈਂ ਕਰਮ ਸਿੰਘ। ਹਾਂ, ਕਰਮ ਜੀ, ਮੈਂ ਤੁਹਾਨੂੰ ਇਹ ਗੱਲ ਦੱਸਾਂ, ਤੁਹਾਨੂੰ ਹੈਰਾਨੀ ਹੋਊਗੀ, ਮੈਂ ਇਹੋ ਜਿਹੇ ਬੰਦੇ, ਔਰਤਾਂ ਦੇਖੀਆਂ ਬੀੜੀ ਵੀ ਪੀ ਲੈਂਦੀਆਂ ਔਰ ਉਹ ਔਰਤ ਵੀ ਹੈ, ਅਤੇ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਦਾ ਪਾਠ ਵੀ ਕਰਦੀਆਂ। ਇਹਨੂੰ ਕਿਵੇਂ ਇੰਟਰਪ੍ਰੈਟ ਕਰੋਗੇ? ਸਾਡੇ ਲਈ ਟੈਬੂ ਹੈ। ਮੈਂ ਤੁਹਾਨੂੰ ਇਸ ਕਰਕੇ ਕਹਿਣਾ, ਉਹ ਜਿਹੜਾ ਮਾਰਗ ਹੈਗਾ ਉਹ ਐਡਾ ਵਿਸ਼ਾਲ ਮਾਰਗ ਹੈਗਾ ਕਿ ਉਹਨੂੰ ਤੁਸੀਂ ਸਮਝਾ ਸਕਦੇ ਵੀ ਨਹੀਂ, ਜਦੋਂ ਤੁਸੀਂ ਇਹ ਪਾਠ ਪੂਜਾ ਕਰਦੇ ਆ ਸਿੱਖੀ 'ਚ ਬਰੋ ਇਹਦੀ ਗੱਲ ਦੀ ਨਹੀਂ। ਸਾਡੇ ਬੰਦੇ ਪੰਜਾਬ ਦੇ ਵਿੱਚ ਇਹ ਸਿੱਖੀ ਤਾਂ ਹੁਣ ਫੈਲੀ ਹੈ ਨਾ, ਹੁੱਕਾ ਪੀਂਦੇ ਹੀ ਸੀ ਸਾਰੇ, ਬਥੇਰੇ ਪਿੰਡਾਂ 'ਚ ਹੁੱਕਾ ਪੀਂਦੇ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ 'ਤੇ ਨਹੀਂ ਸੀ ਚੱਲ ਰਹੇ। ਮੈਂ ਇਹੋ ਜਿਹੇ ਵੀ ਬੰਦੇ ਜਾਣਦਾ ਕਿ ਜਿਹੜੇ ਸਵੇਰੇ ਮੰਦਿਰ 'ਚ ਜਾ ਕੇ ਆਉਂਦੇ ਆ, ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਆ। ਇਹ ਕਿੱਥੋਂ ਨਿਕਲਿਆ? ਇਹ ਸਿੱਖੀ ਹੀ ਹੈ ਕਿ ਤੁਸੀਂ ਕਿਤੇ ਵੀ ਜਾਓ, ਮਸਜਿਦ ਦੀ ਵੀ ਉਨੀ ਇੱਜ਼ਤ ਕਰੋ, ਮੰਦਿਰ ਦੀ ਵੀ ਉਨੀ ਇੱਜ਼ਤ ਕਰੋ, ਔਰ ਗੁਰਦੁਆਰਾ ਸਾਹਿਬ ਦੀ ਵੀ ਉਨੀ ਇੱਜ਼ਤ ਕਰੋ ਜਿੰਨੀ ਤੁਸੀਂ, ਜੇ ਆਪਣੇ ਧਰਮ ਦੀ ਇੱਜ਼ਤ ਕਰਾਉਣਾ ਚਾਹੁੰਦੇ ਤਾਂ ਦੂਜੇ ਧਰਮ ਦੀ ਇੱਜ਼ਤ ਕਰਨੀ ਸਿੱਖੋ, ਦੂਸਰੇ ਦੇ ਇਸ਼ਟ ਦੀ ਉਨੀ ਇੱਜ਼ਤ ਕਰਨੀ ਸਿੱਖੋ। ਜੇ ਕੋਈ ਗਲਤ ਕਰਦਾ ਉਹਨੂੰ ਕਹਿ ਦਿਓ, ਬੱਚੇ, ਕਾਕੇ ਜਾਂ ਕੋਈ ਵੀ ਭੈਣ ਭਰਾ, ਇਸ ਨੂੰ ਜੇ ਤੁਸੀਂ ਕੋਈ ਗਲਤੀ, ਜਿਵੇਂ ਮੈਂ ਕਿਹਾ ਕਿ ਕੋਈ ਸਿਗਰਟ ਬੀੜੀ ਦਾ ਜਿਹੜਾ ਹੈਗਾ, ਕਿ ਜੇ ਇਹਨੂੰ ਛੱਡ ਦੋਗੇ ਤਾਂ ਤੁਸੀਂ ਹੋਰ ਚੰਗੇ ਹੋ ਜਾਓਗੇ। ਇਹ ਤੁਹਾਡੀ ਸਿਹਤ ਲਈ ਵੀ ਠੀਕ ਨਹੀਂ ਅਤੇ ਇਹਨਾਂ ਅਸੂਲਾਂ ਲਈ ਵੀ ਇੱਕ ਕਿਸਮ ਦਾ ਇਹ ਠੀਕ ਨਹੀਂ ਹੈਗਾ। ਅਤੇ ਮੈਂ ਇਹ ਕਹਿਣਾ ਕਿ ਜੇ ਆਪਾਂ ਇੰਝ ਚੱਲਾਂਗੇ, ਇਸ ਅਪਰੋਚ ਨਾਲ ਚੱਲਾਂਗੇ, ਸੱਭੇ ਸਾਂਝੀਵਾਲਤਾ ਦਾ ਲੈ ਕੇ ਚੱਲਾਂਗੇ, ਨਾ ਕਿ ਜੇ ਕੋਈ ਮਾੜਾ ਜਿਹਾ ਵੀ ਤੁਹਾਨੂੰ ਕੋਈ ਲੱਗਦਾ ਕਿ ਤੁਹਾਨੂੰ ਵਿਚਾਰ ਇਹ ਥੋੜ੍ਹਾ ਫਿੱਟ ਨਹੀਂ ਬੈਠਾ, ਧੌਂਸ ਦੇ ਦਿਓ, ਓਏ ਮੁੜ ਕੇ ਜੇ ਇਹੋ ਜਿਹਾ ਮੂੰਹ ਖੋਲ੍ਹਿਆ ਤਾਂ ਮੈਂ ਤੈਨੂੰ ਸੂਤਰ ਕਰ ਦੂੰਗਾ, ਤੈਨੂੰ ਚਾਟਾ ਸਿਖਾ। ਇਹ ਗੱਲਾਂ ਨਾਲ ਤੁਸੀਂ ਕਿਸੇ ਦੀ ਸੇਵਾ ਨਹੀਂ ਕਰਦੇ, ਨਾ ਉਸ ਫਲਸਫੇ ਦੀ ਸੇਵਾ ਕਰਦੇ ਹਾਂ, ਨਾ ਉਹਨਾਂ ਲੋਕਾਂ ਦੀ ਸੇਵਾ ਕਰਦੇ ਹਾਂ ਜੋ ਉਸ ਫਲਸਫੇ 'ਤੇ ਤਾਰਨੀ ਹੈ। ਪਰ ਸਰ, ਇੱਕ ਵਖਰੇਵਾਂ ਜਿਹੜਾ ਖੜਾ ਕੀਤਾ ਗਿਆ ਵੀ ਨੌਜਵਾਨ ਆਗੂ ਮਤਲਬ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਅਤੇ ਜਥੇਬੰਦੀਆਂ ਨੂੰ ਬਜ਼ੁਰਗਾਂ ਦੇ ਜਿਹੜੀ ਗੈਦਰਿੰਗ ਕਿਹਾ ਜਾਂਦਾ, ਤਾਂ ਇਸ ਕਰਕੇ ਮੇਰਾ ਇਹ ਸਵਾਲ ਸੀ ਵੀ ਉਹ ਕਿਹਾ ਤਾਂ ਇਹ ਜਾਂਦਾ ਸੀ ਵੀ ਨੌਜਵਾਨਾਂ ਦੇ ਲੀਡਰ ਉਹੀ ਨੇ, ਪਰ ਨੌਜਵਾਨ ਕਿੰਨੇ ਪਹੁੰਚੇ ਆ? ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਉੱਥੇ ਵਲੰਟੀਅਰ ਦੀ ਡਿਊਟੀ ਨਿਭਾ ਰਹੇ ਆ, ਅਤੇ ਉਹਨਾਂ ਨੌਜਵਾਨਾਂ ਨੂੰ ਕਿੱਦਾਂ ਦੇਖਦੇ ਆ, ਜਾਂ ਇਹਦੇ ਨਾਲ ਜੋ ਲੱਖਾ ਸਿਧਾਣਾ ਜੀ ਨਾਲ ਗਿਣਤੀ ਗਈ ਆ ਉੱਥੇ, ਉਹਨੂੰ ਕਿੱਦਾਂ ਦੇਖਦੇ ਹੋ? ਨਹੀਂ, ਇਹ ਤਾਂ ਮੀਡੀਆ ਦੀ ਕ੍ਰੀਏਸ਼ਨ ਹੈ। ਇਹ ਤੁਹਾਡੀ ਗੱਲ ਠੀਕ ਹੈ, ਕਿਉਂਕਿ ਉਹ ਦੋਵੇਂ ਰਿਲੇਟਿਵਲੀ ਨੌਜਵਾਨ ਲੱਗਦੇ ਆ, ਕਿਉਂਕਿ ਲੱਖਾ ਸਿਧਾਣਾ ਦਾ ਇੱਕ ਸਟਾਈਲ ਆ, ਸਾਡੇ ਪੰਜਾਬੀਆਂ ਨੂੰ ਕਈ ਵਾਰੀ ਨੌਜਵਾਨਾਂ ਨੂੰ ਉਹ ਚੰਗਾ ਵੀ ਲੱਗਦਾ। ਇਸੇ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਪਹਿਲਾਂ ਗੀਤਕਾਰ ਜਦੋਂ ਜੱਟਾਂ ਦਾ, ਸ਼ਰਾਬਾਂ ਦਾ, ਹੋਰਨਾਂ ਦਾ, ਹੈ ਨਾ, ਚੱਕਵੀਆਂ ਗੱਲਾਂ, ਬੰਦੂਕਾਂ ਦਾ, ਇਹ ਸਾਰੇ ਗੀਤ ਉਹ ਸਾਡੇ ਨੌਜਵਾਨਾਂ ਨੂੰ ਤੇ ਉਹ ਵੀ ਬੜੇ ਚੰਗੇ ਲੱਗਦੇ ਸੀ। ਹੁਣ ਉਹ ਸਾਰੇ ਨੌਜਵਾਨ ਦੂਜੇ ਪਾਸੇ ਦਿੱਲੀ ਤੇਰਾ ਆਹ ਕਰਾਂਗੇ, ਹੁਣ ਉਹ ਉੱਧਰ ਨੂੰ ਇਨਕਲਾਬੀ ਬਣੇ ਹੋਏ ਆ। ਅਤੇ ਨੌਜਵਾਨ, ਇਹ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਅਜੇ ਉਹ ਜਿਹੜਾ ਲੈਵਲ ਆਫ ਮੈਚਿਓਰਿਟੀ ਸੋਚ ਦੇ ਵਿੱਚ ਆਉਣਾ ਔਰ ਐਕਸ਼ਨ 'ਚ ਆਉਣਾ, ਉਹ ਥੋੜ੍ਹਾ ਕਿਤੇ ਕਮੀ ਹੈ। ਨਹੀਂ ਤਾਂ ਉਹ ਇੰਨਾ ਇੱਕਦਮ ਇਸ ਤਰੀਕੇ ਨਾਲ ਵੇਵਰਿੰਗ ਨਹੀਂ ਹੁੰਦਾ। ਅਤੇ ਇਹਨਾਂ ਨੂੰ ਲੀਡਰ ਆਪਣੇ ਤੌਰ 'ਤੇ ਕਰੀ ਜਾਣਾ ਉਹ ਠੀਕ ਹੈ, ਉਹਨਾਂ ਦੇ ਪਿੱਛੇ ਕਈ ਵਾਰੀ ਲੋਕ ਮੂਵ ਵੀ ਹੁੰਦੇ ਆ, ਸਵੇ ਵੀ ਹੁੰਦੇ ਆ, ਪਰ ਇਹ ਕਹਿਣਾ ਕਿ ਐਕਸਕਲੂਸਿਵਲੀ ਹੁਣ ਇਹ ਤਾਂ ਨੌਜਵਾਨਾਂ ਦੇ ਲੀਡਰ ਹੋ ਗਏ ਆ ਔਰ ਬਾਕੀ ਦੇ ਜਿਹੜੇ ਬੁੱਢਿਆਂ ਦੇ ਲੀਡਰ ਆ, ਇਹ ਗੱਲ ਠੀਕ ਨਹੀਂ ਹੈਗੀ। ਬਹੁਤ ਸਾਰੇ ਨੌਜਵਾਨ ਪਹਿਲਾਂ ਵੀ ਸੀਗੇ
ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਹੋਰ ਸਾਰੇ ਉਹ ਅੱਜ ਵੀ ਇੰਨਾ ਹੀ ਕਿਸਾਨਾਂ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਨੌਜਵਾਨ ਹੈਗੇ ਆ, ਔਰ ਜਿਹੜੇ ਉਹਨਾਂ ਨੂੰ ਲੀਡਰ ਮੰਨਦੇ ਆ, ਉੱਥੇ ਕੰਮ ਵੀ ਕਰਦੇ ਆ, ਉੱਥੇ ਆਪਣਾ ਮੀਡੀਆ ਵੀ ਪੈਰਲਲ ਚਲਾ ਰਹੇ, ਬਹੁਤ ਕੰਮ ਕਰ ਰਿਹਾ। ਇਸ ਤਰ੍ਹਾਂ ਇਹ ਕੈਟੇਗਰੀ ਬਣਾ ਦੇਣਾ ਕਿ ਇਹ ਤੇ ਜੀ ਨੌਜਵਾਨਾਂ ਦੇ ਲੀਡਰ ਆ, ਅਤੇ ਜੇ ਇਹ ਨਾਲ ਨਹੀਂ ਤਾਂ ਫਿਰ ਨੌਜਵਾਨ ਨਾਲ ਨਹੀਂ ਹੈਗੇ, ਇਹ ਮੀਡੀਆ ਦੀ ਜ਼ਿਆਦਾ ਕ੍ਰੀਏਸ਼ਨ ਹੈਗੀ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਤੁਹਾਨੂੰ ਲੱਗਦੀ ਹੈ ਵੀ ਲੋਕਾਂ ਦੇ ਵਿਚਾਰਾਂ ਦੇ ਹਾਣ ਦੀ ਹੈ, ਜਾਂ ਲੋਕਾਂ ਦੀ ਜਿਹੜੀ ਤਰਜਮਾਨੀ ਕਰਦੀ ਆ ਮੁੱਦਿਆਂ ਦੀ, ਕਿਹੜੀ ਪਾਰਟੀ ਤੁਸੀਂ ਕਹਿਣਾ ਚਾਹੋ? ਜਿਹੜੀਆਂ ਤੇ ਦੇਖੋ ਪਾਰਟੀਆਂ ਪਹਿਲਾਂ ਹੀ ਹੈਗੀਆਂ, ਜਿਹਨੂੰ ਮੈਂ ਸਮੁੱਚੀ ਇੱਕ ਰਾਜਨੀਤਿਕ ਜਮਾਤ, ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਰਹੇ ਅਤੇ ਰਾਜਨੀਤਿਕ ਲਾਹੇ ਲਏ, ਜਾਂ ਉਹਨਾਂ 'ਚੋਂ ਜਿਹੜੇ ਫੁੱਟ ਕੇ ਬਾਹਰ ਆਏ ਆ, ਕੋਈ ਟੁੱਟ ਭੱਜ ਕੇ ਬਾਹਰ ਆਏ, ਉਹ ਸਾਰੇ ਕਲਚਰ ਉਸੇ 'ਚ ਹੀ ਟਲੇ ਹੋਏ ਆ। ਇੱਕੋ ਨਵਾਂ ਐਕਸਪੈਰੀਮੈਂਟ ਸਾਨੂੰ ਆਮ ਆਦਮੀ ਪਾਰਟੀ ਦਾ ਲੱਗਦਾ ਸੀ, ਜਿਹੜਾ ਉਹਨਾਂ ਨੇ ਆਪ ਹੀ ਬਹੁਤ ਬੁਰੇ ਤਰੀਕੇ ਨਾਲ ਫੇਲ ਕਰਤਾ। ਮੈਂ ਤਾਂ ਕਹਿੰਦਾ ਕਿ ਸਾਨੂੰ ਸੀ ਵੀ ਸ਼ਾਇਦ ਇਸ ਪਾਰਟੀ ਦੇ ਅੰਦਰ ਲੋਕ ਆਵਾਜ਼, ਲੋਕਤੰਤਰਿਕ ਪ੍ਰਣਾਲੀ ਜਾਂ ਢਾਂਚਾ ਇਹਦਾ ਬੜਾ ਮਜ਼ਬੂਤ ਹੋਊਗਾ, ਕਿਉਂਕਿ ਕੇਜਰੀਵਾਲ ਨੇ ਸਵਰਾਜ ਦੀ ਇੱਕ ਕਿਤਾਬ ਲਿਖੀ ਸੀ ਜੀ ਵੀ ਸਾਡਾ ਰਾਜ ਥੱਲਿਓਂ ਚੱਲੂਗਾ। ਸਵਰਾਜ ਮਤਲਬ ਜਿਹੜੇ ਮਹੱਲੇ 'ਚ ਲੋਕ ਬੈਠੇ ਆ, ਗਲੀਆਂ ਮਹੱਲਿਆਂ 'ਚ ਜਾਂ ਪਿੰਡਾਂ 'ਚ ਬੈਠੇ ਆ, ਜੋ ਉਹ ਕਹਿਣਗੇ ਪਾਰਟੀ ਉਹਨਾਂ ਮੁਤਾਬਕ ਚੱਲੂਗੀ। ਅਤੇ ਕਰਤਾ ਇੱਥੇ ਕੇਜਰੀਵਾਲ ਰਾਜ, ਉੱਧਰ ਮੋਦੀ ਆ ਅਤੇ ਇੱਧਰ ਕੇਜਰੀਵਾਲ ਆ। ਮੈਨੂੰ ਦੱਸੋ ਵੀ ਕੇਜਰੀਵਾਲ ਤੋਂ ਬਗੈਰ ਕੋਈ ਇੱਥੇ ਇੱਕ ਵੀ ਗੱਲ ਫੈਸਲਾ ਹੁੰਦਾ? ਜਿੰਨੇ ਇੱਥੇ ਕੈਂਡੀਡੇਟ ਖੜ੍ਹੇ ਹੋਣੇ ਆ, ਦਿੱਲੀ ਵਾਲੇ ਫੈਸਲਾ ਕਰਦੇ। ਕਾਹਦਾ ਮਤਲਬ ਹੈ ਜੀ? ਇਹ ਸਵਰਾਜ ਆ? ਇਹਦੇ ਤੋਂ ਮਾਫ ਕਰੋ ਇਹੋ ਜਿਹੇ ਸਵਰਾਜ ਤੋਂ। ਇਸ ਲਈ ਉਹ ਇੱਕ ਉਮੀਦ ਸੀ ਉਹਨਾਂ, ਉਹ ਵੀ ਬੜੀ ਬੁਰੇ ਤਰੀਕੇ ਨਾਲ ਪੰਜਾਬੀਆਂ ਦੇ ਮਨਾਂ 'ਚੋਂ ਉਤਰੀ ਹੈਗੀ ਆ, ਔਰ ਅੱਜ ਦੀ ਘੜੀ 'ਚ ਇਹ ਬਹੁਤ ਵੱਡਾ ਖਲਾਅ ਹੈਗਾ। ਇਹ ਖਲਾਅ ਹੋਣ ਕਰਕੇ ਹੀ ਕਈ ਬੰਦੇ ਇੱਧਰ ਉੱਧਰ ਦਾ ਲੋਕਾਂ ਨੂੰ ਪੁੱਠੇ ਸਿੱਧੇ ਪਾਸੇ ਵੀ ਲਿਜਾਣ ਵਿੱਚ ਕਾਮਯਾਬ ਹੋ ਜਾਂਦੇ ਆ। ਮੇਰਾ ਖਿਆਲ ਹੈ ਕਿ ਕਰਮ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲੀਆਂ ਜ਼ਰੂਰ ਆਉਣਗੀਆਂ। ਬਹੁਤ ਸਾਰੇ ਬੰਦੇ, ਜਿਵੇਂ ਤੁਸੀਂ ਸਵਾਲ ਕੀਤਾ, ਸਵਾਲ ਤਾਂ ਹੀ ਕੀਤਾ ਕਿਉਂਕਿ ਤੁਹਾਨੂੰ ਵੀ ਇਹ ਚਿੰਤਾ ਇਸ ਗੱਲ ਦੀ ਹੈ, ਫਿਕਰਮੰਦੀ ਹੈਗੀ ਹੈ ਕਿ ਕੋਈ ਚੰਗੀ ਪੋਲੀਟਿਕਸ ਆਵੇ। ਪਰ ਅੱਜ ਦੀ ਘੜੀ ਦੇ ਵਿੱਚ ਜਿਸ ਕਿਸਮ ਦੀ ਰਾਜਨੀਤੀ ਜਿਨ੍ਹਾਂ ਲੋਕਾਂ ਦੇ ਹੱਥ ਹੈ, ਉਹਦੇ ਨਾਲ ਕੋਈ ਬਹੁਤਾ ਲੋਕਾਂ ਨੂੰ ਸਹੂਲੀਅਤ ਮਿਲਣ ਵਾਲੀ ਨਹੀਂ। ਜਿਹੜੀ ਮਰਜ਼ੀ ਆ ਜਾਏ, ਕਾਂਗਰਸ ਆ ਜਾਏ, ਅਕਾਲੀ ਆ ਜਾਏ, ਬੀਜੇਪੀ ਤਾਂ ਪਹਿਲਾਂ ਹੀ ਉਹਦਾ ਭੁਗਤੀ ਰਹੇ ਆ। ਆਪ ਵਾਲਿਆਂ ਦਾ ਮੈਂ ਦੱਸੇ ਦਿੱਤਾ। BSP ਦੀ ਕੋਈ ਬਹੁਤੀ ਇੱਥੇ ਜਗ੍ਹਾ ਨਹੀਂ ਬਣੀ। BSP ਦੀ ਡੋਰ ਲਖਨਊ ਬੈਠੀ ਆ ਮਾਇਆਵਤੀ। ਅਤੇ ਸਾਡਾ ਇੱਕ ਗੱਲ ਮੈਂ ਇਨ ਪ੍ਰਿੰਸੀਪਲ ਜ਼ਰੂਰ ਕਹਿ ਦੇਣਾ ਕਰਮ ਜੀ, ਕਿ ਜੋ ਵੀ ਪਾਰਟੀ ਪੰਜਾਬ ਦੀ ਹੇਤੂ ਹੋਊਗੀ ਔਰ ਪੰਜਾਬ ਲਈ ਅਸਲ ਮਾਅਨਿਆਂ 'ਚ ਸੇਵਾ ਨਿਭਾ ਸਕੂਗੀ, ਉਹ ਇੱਥੇ ਲੋਕਲ ਬੇਸਡ ਪਾਰਟੀ ਹੋਊਗੀ, ਰੀਜਨਲ ਪਾਰਟੀ ਹੋਊਗੀ, ਜਿਹਦੀ ਕਮਾਂਡ ਵੀ ਇੱਥੇ ਹੋਊਗੀ, ਨਾ ਕਿ ਉਹਦੀ ਕਮਾਂਡ ਸੈਂਟਰ ਜਾਂ ਕਿਤੇ ਪਟਨੇ ਜਾਂ ਕਿਤੇ ਹੋਰ ਸਾਊਥ ਇੰਡੀਆ ਦੇ ਵਿੱਚ ਪਈ ਹੋਵੇ। ਉਹ ਇੱਥੇ ਨਾ ਤਾਂ ਉਹ ਬਹੁਤੀ ਦੇਰ ਤੱਕ ਕਾਮਯਾਬ ਹੋ ਸਕਦੀ ਹੈ, ਨਾ ਚੱਲ ਸਕਦੀ ਹੈ, ਨਾ ਹੀ ਉਹ ਇੱਥੇ ਦੇ ਮਸਲਿਆਂ ਨੂੰ ਐਡਰੈਸ ਕਰ ਸਕਦੇ ਆ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਕੋਈ ਸਟਰੋਂਗ ਰੀਜਨਲ ਆਊਟਫਿਟ ਹੋਵੇ, ਜਿਹੜੀ ਇੱਥੇ ਦੇ ਵਿਚਾਰਾਂ ਨੂੰ, ਇੱਥੇ ਦੇ ਇਤਿਹਾਸ ਨੂੰ, ਇੱਥੇ ਦੇ ਕਲਚਰ ਨੂੰ ਅਤੇ ਇੱਥੋਂ ਦੀਆਂ ਪ੍ਰੋਬਲਮਾਂ ਨੂੰ ਪੜ੍ਹਨਾਈ ਹੋਈ ਹੋਵੇ। ਪ੍ਰੋਫੈਸਰ ਸਾਹਿਬ, ਇੱਕ ਹੋਰ ਸਵਾਲ ਮੇਰੇ ਨਾਲ ਜੁੜਦਾ ਇਸ ਗੱਲ ਦੇ ਨਾਲ ਵੀ ਯੋਗਰਾਜ ਵੱਲੋਂ ਵੀ ਸਟੇਜ 'ਤੇ ਕਿਹਾ ਗਿਆ, ਹਰਦੀਪ ਸਿੰਘ ਡਿਬਡਿਬਾ ਜੀ ਨੇ ਵੀ ਇਹ ਗੱਲ ਕਹੀ ਆ, ਅਤੇ ਬਹੁਤ ਸਾਰੇ ਲੋਕ ਦੀਪ ਸਿੱਧੂ ਨਾਲ ਜਿਹੜੇ ਜੁੜੇ ਹੋਏ ਆ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਵੀ ਨਵੀਂ ਪਾਰਟੀ ਬਣਾਓ, ਨਵੀਂ ਪਾਰਟੀ ਬਣਾਓ। ਕਿਤੇ ਨਾ ਕਿਤੇ ਕੁਛ ਲੋਕ ਇਹ ਵੀ ਕਹਿ ਰਹੇ ਵੀ ਉਹ ਗੱਲ ਜਾਇਜ਼ ਵੀ ਆ, ਵੀ ਜੇ ਪਾਰਟੀ ਕੋਈ ਲੋਕਾਂ ਦੇ ਹਾਣ ਦੀ ਨਹੀਂ ਹੈ ਤਾਂ ਕੋਈ ਨਵੀਂ ਪਾਰਟੀ ਬਣਾਉਣ 'ਚ ਇਤਰਾਜ਼ ਵੀ ਕੀ ਆ? ਜੇ ਇੱਦਾਂ ਦੀ ਕੋਈ ਪਾਰਟੀ ਬਣਦੀ ਆ ਤਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਕੀ ਉਹਦੇ ਵਿੱਚ ਅੱਗੇ ਹੋ ਕੇ ਲੱਗਣਗੇ ਜਾਂ ਚੋਣਾਂ 'ਚ ਖੜਨਗੇ? ਮੈਂ ਬੰਦਿਆਂ ਦੇ ਪਿੱਛੇ ਨਹੀਂ ਜਾਂਦਾ, ਉਹ ਡਿਬਡਿਬਾ ਜੀ ਹੋਣ ਜਾਂ ਯੋਗਰਾਜ ਜੀ ਹੋਣ। ਮੈਨੂੰ ਯੋਗਰਾਜ ਜੀ ਜਦੋਂ ਬੋਲਦੇ ਆ, ਮੈਨੂੰ ਕੋਈ ਬਹੁਤਾ ਸੱਚੀ ਗੱਲ, ਮੈਂ ਉਹਨਾਂ ਦਾ ਨਿੱਜੀ ਤੌਰ 'ਤੇ ਮੈਂ ਕੁਛ ਨਹੀਂ ਜਾਣਦਾ ਉਹਨਾਂ ਬਾਰੇ। ਮੈਂ 2 ਵਾਰੀ ਭਾਸ਼ਣ ਸੁਣੇ ਉਹਨਾਂ ਦੇ, ਇੱਕ ਵਾਰੀ ਖਟਖੜ ਕਲਾਂ ਅਤੇ ਇੱਕ ਵਾਰੀ ਉੱਥੇ ਮੈਂ ਬਾਈ ਚਾਂਸ ਸਟੇਜ 'ਤੇ ਹੀ ਸੀ ਜਦੋਂ ਇਹ ਬੋਲ ਕੇ ਗਏ। ਮੈਂ ਕਿਸੇ ਨੂੰ ਪੁੱਛਿਆ ਵੀ ਇਹ ਬੰਦੇ ਕੌਣ ਹੈ? ਕਹਿੰਦੇ ਤੁਹਾਨੂੰ ਨਹੀਂ ਪਤਾ, ਕਿਉਂਕਿ ਮੈਂ ਜਿਹੜੇ ਐਕਟਰ ਆ ਜਾਂ ਸਿੰਗਰ ਆ ਬੜਾ ਘੱਟ ਵਾਕਫ ਆ, ਮੇਰੀ ਕਮਜ਼ੋਰੀ ਹੈਗੀ ਆ। ਅਤੇ ਬੜਾ ਚੜ੍ਹ ਕੇ ਬੋਲਣ ਕਿ ਜਿਵੇਂ ਹੁਣੇ ਹੀ ਮੈਨੂੰ ਤੋਪ ਫੜਾ ਦਿਓ, ਮੈਂ ਤਾਂ ਮਾਰ ਕੇ ਤੋਪ 'ਤੇ ਪਤਾ ਨਹੀਂ ਮੋਦੀ ਨੂੰ ਉਡਾ ਦੂੰਗਾ। ਇਹੋ ਜਿਹੀਆਂ ਇਹ ਗੱਲਾਂ ਦਾ ਕੋਈ ਤੁੱਕ ਆ, ਸਹਿਜ ਨਹੀਂ ਹੈਗਾ, ਸੋਚ ਨਹੀਂ ਹੈਗੀ, ਕੋਈ ਪ੍ਰੋਗਰਾਮ। ਇਹ ਪ੍ਰੋਗਰਾਮ ਲੈ ਕੇ ਆਉਣ, ਲੋਕਾਂ 'ਚ ਵੰਡਣ, ਲੋਕਾਂ 'ਚ ਚਰਚਾ ਹੋਵੇ, ਲੋਕਾਂ ਦੀ ਸਹਿਮਤੀ ਬਣ, ਲੋਕ ਇਹਨਾਂ ਨੂੰ ਸਾਥ ਦੇਣ। ਮੈਨੂੰ ਵੋਟ ਪਾ ਦਿਓ, ਮੈਨੂੰ ਸੱਤਾ 'ਚ ਲੈ ਕੇ ਦੇ ਦਿਓ, ਇਹ ਤਾਂ ਮੈਨੂੰ ਕੋਈ ਲੱਗਦਾ ਨਹੀਂ ਹੈ। ਲੋਕ ਬੜੇ ਸਿਆਣੇ ਹੈਗੇ ਆ, ਇਸ ਕਿਸਮ ਦਾ ਕਰੀ ਜਾਣਾ। ਹਾਂ, ਲੋਕ ਚਾਹੁੰਦੇ ਹੈ, ਅੱਜ ਤੋਂ ਨਹੀਂ ਚਾਹੁੰਦੇ, ਪਿਛਲੇ 20 ਸਾਲਾਂ ਤੋਂ ਚਾਹੁੰਦੇ ਆ, 10 ਸਾਲ ਤੋਂ ਤਾਂ ਬਹੁਤ ਜ਼ਬਰਦਸਤ ਢੰਗ ਨਾਲ ਲੋਕ ਚਾਹੁੰਦੇ ਆ ਕਿ ਇੱਥੇ ਤਬਦੀਲੀ ਆਉਣੀ ਚਾਹੀਦੀ ਆ, ਕੋਈ ਨਵੀਂ ਪਾਰਟੀ ਆਉਣੀ ਚਾਹੀਦੀ ਆ, ਕੋਈ ਨਵੀਂ ਕਿਸਮ ਦੀ ਰਾਜਨੀਤੀ ਹੋਣੀ ਚਾਹੀਦੀ।
ਪਤੰਗ ਨਹੀਂ ਚੜੀ PPP ਦੀ, ਮਨਪ੍ਰੀਤ ਦੀ, ਜਾ ਕੇ ਕਿੱਥੇ ਬੈਠ ਗਏ। ਹੁਣ ਜੇ ਇਹੀ ਕਿਰਦਾਰ ਸੀਗਾ ਕਿ ਤੁਸੀਂ ਇੱਕ ਵਾਰੀ ਲੋਕਾਂ ਨੂੰ ਇੰਨੀ ਛੇਤੀ ਭੁੱਲ ਜੂਗਾ ਕਿ ਇਹ ਜਿਹੜੇ ਇੱਥੇ ਇਨਕਲਾਬ ਕਰਨ ਲਈ ਚੱਲੇ ਸੀ, ਜਾ ਕੇ ਉੱਥੇ ਫਾਈਨੈਂਸ ਮਿਨਿਸਟਰ ਕਾਂਗਰਸ 'ਚ ਬੈਠੇ ਆ, ਅਤੇ ਕਾਂਗਰਸ ਦੇ ਇੱਥੇ ਲੋਕਾਂ ਦੇ ਵਿੱਚ ਕਿੰਨੀ ਕੁ ਹੈਗੀ ਤੁਸੀਂ ਜਾਣਦੇ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ, ਲੋਕਾਂ ਨੇ ਪੈਸਾ ਦਿੱਤਾ, ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਲੋਕਾਂ ਨੇ ਸੇਵਾ ਕੀਤੀ, ਅਤੇ ਨਾਲ ਵੋਟਾਂ ਵੀ ਖੁੱਲ੍ਹੇ 25% ਵੋਟਾਂ। ਇਹਨਾਂ ਦੀ ਕਿਹੜੀ ਪਾਰਟੀ ਸੀ? ਕੋਈ ਪਾਰਟੀ ਨਹੀਂ ਸੀ, ਫਿਰ ਵੀ 25% ਵੋਟਾਂ ਪਾਤੀਆਂ, ਪਰ ਬਚੀਆਂ ਇਹਨਾਂ ਨੂੰ ਨਹੀਂ ਬਚੀਆਂ ਨਾ। ਉਸੇ ਜੋੜ ਤੋੜ ਗੇੜ ਸੱਤਾ ਦੇ ਚੱਕਰਾਂ ਦੇ ਵਿੱਚ ਹੁਣ ਅੱਜ ਤੱਕ ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਹੋਏ ਆ ਕਿ ਉਹਨੂੰ ਖਿੱਚ ਲਓ, ਨਵਜੋਤ ਸਿੱਧੂ ਨੂੰ ਬੁਲਾ ਲੈਂਦੇ ਆ, ਕਦੀ ਕਿਸੇ ਨੂੰ ਬੁਲਾ ਲਓ, ਕਦੀ ਆਹ ਆ ਜੇ, ਕਦੀ ਉਹ ਆ ਜੇ, ਕਦੀ ਸਾਡੇ ਨਾਲ ਢੀਂਡਸਾ ਆ ਜੇ, ਲੈ ਲਓ ਸਾਰਾ ਜੋ ਵੀ ਹੈ ਕਚੜ ਮਚੜ ਇਕੱਠਾ ਕਰਕੇ। ਮੈਂ ਸਾਰਿਆਂ ਨੂੰ ਇੰਝ ਕੋਈ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਜਿਹੜੇ ਬੰਦੇ ਹੁਣ ਆਲਰੇਡੀ ਟੈਸਟਡ ਹੈਗੇ ਆ ਜਾਂ ਪਾਰਟੀਆਂ 'ਚ ਹੈਗੇ ਹੋਏ ਆ, ਉਹ ਤੁਹਾਡੇ ਲਿਆ ਕੇ ਨਵਾਂ ਕੰਮ ਕਿਹੜਾ ਕਰ ਦੇਣਗੇ ਜਿਹੜਾ ਪਹਿਲੀ ਪਾਰਟੀ 'ਚ ਉਹਨਾਂ ਕੋਲ ਨਹੀਂ ਹੋਇਆ। ਤੁਸੀਂ ਇਹ ਤਾਂ ਨਹੀਂ ਨਾ ਕੋਈ ਤਰੀਕਾ, ਤੁਹਾਡੇ ਕੋਲ ਕੋਈ ਬੰਦੇ ਨਹੀਂ ਮਿਲਦੇ ਤੁਹਾਨੂੰ, ਇਸ ਲਈ ਚੰਗੇ ਤੋਂ ਚੰਗੇ ਬੰਦੇ ਲੈ ਕੇ ਆਓ। ਚੰਗੇ ਤੋਂ ਚੰਗੇ ਬੰਦੇ ਸਾਰੇ ਇਹਨਾਂ ਨੇ ਕੱਢ ਦਿੱਤੇ, ਪਰਜ ਕਰਤੇ। ਜੋਗਿੰਦਰ ਯਾਦਵ ਕੱਢਤਾ, ਪ੍ਰਸ਼ਾਂਤ ਭੂਸ਼ਣ ਕੱਢਤਾ, ਉਹ ਪ੍ਰੋਫੈਸਰ ਅਜੀਤ ਚਾਰ ਦਿੱਲੀ ਯੂਨੀਵਰਸਿਟੀ ਵਾਲਾ ਉਹ ਕੱਢਤਾ, ਪ੍ਰੋਫੈਸਰ ਆਨੰਦ ਕੁਮਾਰ ਜਿਹੜਾ ਉਹ JP ਦੀ ਮੂਵਮੈਂਟ ਦੇ ਵਿੱਚ ਸੀ ਕਿਸੇ ਵੇਲੇ, ਅਤੇ ਉਹ ਪ੍ਰੋਫੈਸਰ ਸੀਨੀਅਰ ਬਹੁਤ ਬੀਬੇ ਬੰਦੇ ਤਜਰਬੇਕਾਰ, ਉਹ ਸਾਰੇ ਕੱਢ ਕੇ ਪਰਾਂ ਮਾਰੇ ਕੇਜਰੀਵਾਲ ਨੇ। ਹੁਣ ਕੀ ਹੈ ਉੱਥੇ ਛੁਣਛਣਾ ਵਜਾਉਣਾ ਇਹਨਾਂ ਨੇ ਇੱਥੇ ਆ ਕੇ। ਮਤਲਬ ਤੁਸੀਂ ਜਦ ਜਿਹੜੇ ਚੰਗੇ ਸੂਝਵਾਨ ਸੋਚ ਵਾਲੇ ਬੰਦੇ ਆ, ਜਿਹੜੇ ਵਾਕਿਆ ਚੰਗਾ ਸਮਾਜ ਦੇ ਸਕਦੇ ਆ, ਜਿਨ੍ਹਾਂ ਕੋਲ ਪਲੈਨਿੰਗ ਵੀ ਹੈ ਅਤੇ ਐਨਰਜੀ ਵੀ ਹੈਗੀ ਆ, ਤੁਸੀਂ ਉਹਨਾਂ ਨੂੰ ਤਾਂ ਲਾਗੇ ਨਹੀਂ ਰਹਿਣਾ। ਇਹਦਾ ਮਤਲਬ ਤੁਹਾਡੀ ਵੀ, ਤੁਸੀਂ ਵੀ ਸੱਤਾਜੀਵੀ ਆ, ਜਿਵੇਂ ਮੋਦੀ ਆ ਉਂਝ ਹੀ ਤੁਸੀਂ ਹੈਗੇ। ਤੁਸੀਂ ਇੱਕ ਹੋਰ ਸਵਾਲ ਕੀਤਾ ਕਿ ਤੁਹਾਡਾ ਕਿ ਮੈਂ ਪ੍ਰੋਗਰਾਮਾਂ 'ਤੇ ਜਾਂਦਾ, ਮੈਂ ਬੰਦਿਆਂ ਪਿੱਛੇ ਨਹੀਂ ਜਾਂਦਾ। ਕੋਈ ਵੀ ਪ੍ਰੋਗਰਾਮ ਕਿਸੇ ਵੱਲੋਂ ਵੀ ਹੋਵੇ, ਉਹ ਦੀਪ ਸਿੱਧੂ ਲੈ ਆਏ, ਉਹ ਲੱਖਾ ਸਿਧਾਣਾ ਲੈ ਆਏ, ਉਹ ਯੋਗਰਾਜ ਲੈ ਆਏ, ਡਿਬਡਬਾਜੀ ਲੈ ਆਉਣ, ਕੋਈ ਵੀ ਲੈ ਆਉਣ, ਉਹ ਪ੍ਰੋਗਰਾਮ ਸਾਨੂੰ ਦੇ ਦੇਣ ਵੀ 2 ਪੇਜ ਦਾ ਹੈਗਾ ਜਾਂ 20 ਪੇਜ ਦਾ ਹੈਗਾ ਕਿ ਅਸੀਂ ਆਹ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਜਗ੍ਹਾ ਆਹ ਸਾਡਾ ਨਵਾਂ ਰੈਜ਼ੋਲੂਸ਼ਨ ਆ ਜਿਹਨੂੰ ਅਸੀਂ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ, ਜੇ ਸਾਨੂੰ ਲੋਕ ਸੱਤਾ ਬਖਸ਼ਣਗੇ ਤਾਂ ਅਸੀਂ ਆਹ ਕੰਮ ਕਰਾਂਗੇ। ਨਾਲੇ ਦੱਸ ਦੇਣ ਵੀ ਕਿਵੇਂ ਕਰਾਂਗੇ। ਕੰਮ ਤੇ ਸਾਰੇ ਕੋਈ ਕਹਿੰਦਾ ਹੈ ਕਰਨ ਵਾਲੇ ਵੀ ਮੈਂ ਇੱਥੇ ਸਵਰਗ ਲਿਆ ਦੂੰਗਾ, ਸਵਰਗ ਲਈ ਪੈਸਾ ਕਿੱਥੋਂ ਆਊਗਾ, ਕੀ ਤੁਹਾਡੀ ਤਨਜ਼ੀਮ ਹੋਊਗੀ, ਕੀ ਤੁਹਾਡੀਆਂ ਪ੍ਰਾਇਓਰਿਟੀਜ਼ ਹੋਣਗੀਆਂ, ਕਿਉਂ ਲੋਕ ਤੁਹਾਨੂੰ ਵੋਟ ਪਾਉਣ। ਇਹ ਪਹਿਲਾਂ ਲੋਕਾਂ 'ਚ ਆਪਣਾ ਪ੍ਰੋਗਰਾਮ ਲੈ ਕੇ ਆਉਣ। ਇਸ ਕਰਕੇ ਨਹੀਂ ਕਿ ਲੋਕ ਬਾਕੀ ਦਿਆਂ ਤੋਂ ਦੁਖੀ ਆ, ਹੁਣ ਮੈਂ ਹੀਰੋ ਆ ਗਿਆ ਮੇਰੇ ਪਿੱਛੇ ਲੱਗ ਜਾਓ। ਇਹ ਲੋਕਾਂ ਦਾ ਬੇਵਕੂਫ ਬਣਾਉਣ ਵਾਲੀਆਂ ਗੱਲਾਂ, ਇਹ ਤੋਂ ਇਲਾਵਾ ਕੁਛ ਨਹੀਂ ਹੈ। ਧੰਨਵਾਦ ਜੀ ਪ੍ਰੋਫੈਸਰ ਸਾਹਿਬ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਹੜੇ ਕਿਸਾਨੀ ਸੰਘਰਸ਼ ਬਾਰੇ ਬੜੀਆਂ ਬੇਬਾਕ ਗੱਲਾਂ ਕਰਕੇ ਗਏ ਨੇ। ਜਲਦ ਹੀ ਮਿਲਾਂਗੇ ਕਿਸੇ ਨਵੇਂ ਚਿਹਰੇ ਦੇ ਨਾਲ। ਮੈਂ ਕਰਮ ਸਿੱਖਾ, ਕੈਮਰਾਮੈਨ ਮਨੀਸ਼ ਰਾਣਾ ਜੀ ਨਾਲ। ਧੰਨਵਾਦ।